ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ ਤੇ ਪ੍ਰੋਗਰਾਮ ਖਾਸ ਖਬਰ ਦੇ ਨਾਲ ਹਾਜ਼ਰ ਹਾਂ। ਪਹਿਲੀ ਖਬਰ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਜਿਹੜੀ ਚੋਣ ਹੁਣ ਹੋਣ ਜਾ ਰਹੀ ਆ, ਇਹੀ ਕਰੂਗੀ ਅਕਾਲੀ ਦਲ ਦੇ ਧੜਿਆਂ ਦਾ ਭਵਿੱਖ ਤੈਅ। ਤੇ ਦੂਸਰੀ ਖਬਰ ਹੈ ਕਿ ਕਾਗਜ਼ਾਂ ਰਾਹੀਂ ਪੰਜਾਬ ਵਿੱਚ ਆਊਗੀ ਫਸਲੀ ਵੰਨ-ਸੁਵੰਨਤਾ, ਵੇਖੋ ਸਰਕਾਰੀ ਕਰਤੂਤ ਕੀ ਹੋਈ ਹੈ। ਤੇ ਤੀਸਰੀ ਖਬਰ ਹੈ ਕਿ ਡੇਰਾ ਸੱਚਾ ਸੌਦਾ ਨੇ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਵਿੱਚ ਭੂਮਿਕਾ ਨਿਭਾਈ ਹੈ, ਇਹ ਸਵਾਲ ਖੜੇ ਹੋ ਰਹੇ ਨੇ। ਤੇ ਚੌਥੀ ਖਬਰ ਪੇਜਰ ਧਮਾਕੇ ਜਿਹੜੇ ਹੋ ਰਹੇ ਨੇ, ਕਿ ਪੇਜਰ ਧਮਾਕਿਆਂ ਤੋਂ ਉਪਜੇ ਸਵਾਲ ਤੇ ਸਾਨੂੰ ਸਬਕ ਸਿੱਖਣਾ ਚਾਹੀਦਾ ਆ, ਕਿਉਂਕਿ ਦੁਨੀਆ ਦੇ ਵਿੱਚ ਕਈ ਥਾਵਾਂ ਦੇ ਉੱਤੇ ਪੇਜਰ ਧਮਾਕੇ ਜਿਹੜੇ ਹੋਏ ਨੇ, ਖਾਸ ਤੌਰ ਤੇ ਇਜ਼ਰਾਈਲ ਹਮਾਸ ਯੁੱਧ ਵਾਲਾ ਜਿਹੜਾ ਮਾਮਲਾ ਆ ਇਹਦੇ ਵਿੱਚ ਵੀ। ਸੋ ਇਸ ਦੇ ਉੱਤੇ ਵਿਸਥਾਰ ਸਹਿਤ ਗੱਲਬਾਤ ਕਰਾਂਗੇ। ਪਹਿਲੀ ਖਬਰ ਵੱਲ ਆਉਨੇ ਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਿਹੜੇ ਹੋਰ ਅਹੁਦੇਦਾਰਾਂ ਦੀ ਚੋਣ ਹੋਣ ਜਾ ਰਹੀ ਆ, ਇਹੀ ਹੁਣ ਬਾਗੀ ਜਿਹੜੇ ਧੜੇ ਹੋਏ ਆ ਉਹਨਾਂ ਦਾ ਭਵਿੱਖ ਤੈਅ ਕਰੂਗੀ, ਅਕਾਲੀ ਦਲ ਦਾ ਭਵਿੱਖ ਤੈਅ ਕਰੂ। ਕਿਉਂਕਿ ਬਾਗੀ ਵੀ ਹੋਏ ਨਾ ਅਕਾਲੀ ਦਲ ਤੋਂ, ਤਾਂ ਹੁਣ ਤਾਂ ਇਹ ਕਲੀਅਰ ਹੋ ਜਾਊਗਾ ਵੀ ਆਖਰ ਜੇ ਇਸ ਵਾਰੀ ਵੀ SGPC ਦੀਆਂ ਚੋਣਾਂ ਦਾ ਫੈਸਲਾ ਆਉਂਦਾ ਹੈ ਤੇ ਉਹਦੇ ਵਿੱਚ ਕਿਹੜੇ ਧੜੇ ਨੂੰ ਮਾਨਤਾ ਮਿਲੂਗੀ, ਕਿਹੜੇ ਧੜੇ ਦੇ ਲੋਕ ਚੁਣੇ ਜਾਣਗੇ, ਕਿ ਪਹਿਲਾਂ ਦੀ ਤਰ੍ਹਾਂ ਹੀ ਲਿਫਾਫਿਆਂ ਦੇ ਵਿੱਚੋਂ ਜਥੇਦਾਰ ਬਾਹਰ ਆਊਗਾ ਜਾਂ ਪ੍ਰਧਾਨ ਬਾਹਰ ਆਊਗਾ, ਕਿ ਇਹੀ ਕੁਛ ਜੋ ਪਹਿਲਾਂ ਹੁੰਦਾ ਆਇਆ ਹੁਣ ਵੀ ਹੁੰਦਾ ਆਊਗਾ। ਕਿਉਂਕਿ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਇਹ ਇਤਿਹਾਸ ਗਵਾਹ ਆ ਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਜਾਂ SGPC ਬਾਦਲਾਂ ਦੇ ਕੋਲੇ ਆਈ ਆ, ਉਦੋਂ ਦਾ ਪ੍ਰਧਾਨ ਤੇ ਜਿਹੜਾ ਜਥੇਦਾਰ ਅਕਾਲ ਤਖਤ ਸਾਹਿਬ ਆ ਉਹ ਇਹਨਾਂ ਦੇ ਲਿਫਾਫੇ ਵਿੱਚੋਂ ਨਿਕਲਦਾ ਆਇਆ, ਜਿਸ ਨੂੰ ਇਹ ਕਦੇ ਵੀ ਪ੍ਰਵਾਨ ਨਹੀਂ ਕਰਦੇ। ਹਾਲਾਂਕਿ ਹੌਲੀ ਹੌਲੀ ਹੁਣ ਇਹਨਾਂ ਦੀ ਜਿਹੜੀ ਪਕੜ ਹੈ, ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਤੋਂ ਬਾਅਦ ਸੁਖਬੀਰ ਬਾਦਲ ਹੈ, ਪਰ ਉਸ ਦਾ ਉਹ ਵਕਾਰ ਨਹੀਂ ਰਿਹਾ ਪੰਜਾਬ ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਹੁੰਦਾ ਸੀਗਾ। ਬੇਸ਼ੱਕ ਉਹ ਜਿਵੇਂ ਦੇ ਵੀ ਰਹੇ ਆ, ਪਰ ਸਿਆਸਤ ਉੱਤੇ ਉਹਨਾਂ ਦੀ ਇੱਕ ਪਕੜ ਮਜ਼ਬੂਤ ਰਹੀ ਆ। ਪਰ ਐਂਡ ਵਾਲੇ ਸਮੇਂ ਦੇ ਵਿੱਚ ਉਹ ਵੀ ਹਾਰ ਚੁੱਕੇ ਸਨ। ਔਰ ਸੁਖਬੀਰ ਬਾਦਲ ਦੀ ਜੋ ਸਥਿਤੀ ਹੈ ਉਹ ਤਾਂ ਪਤਾ ਹੀ ਆ ਕਿ ਤਕਰੀਬਨ ਬਹੁਤਾ ਜਿਹੜਾ ਧੜਾ ਆ ਇਹਨਾਂ ਦੇ ਨਾਲੋਂ ਟੁੱਟ ਕੇ ਉਹ ਬਾਗੀ ਹੋ ਗਿਆ ਆ। ਤੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਹੋ ਸਕਦੇ ਨੇ SGPC ਚੋਣਾਂ ਲਈ। ਹਾਲਾਂਕਿ ਇਸ ਤੋਂ ਪਹਿਲਾਂ ਤਿਕੜਮਬਾਜ਼ੀ ਬੀਬੀ ਜਗੀਰ ਕੌਰ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਸੱਦ ਕੇ ਇਹਨਾਂ ਨੇ ਕੀਤੀ ਹੈ, ਔਰ ਹੋਣਾ ਨਹੀਂ ਸੀ ਚਾਹੀਦਾ। ਬੀਬੀ ਨੇ ਵੀ ਕਿਹਾ ਤੇ ਹੋਰ ਪੰਥਕ ਧਿਰਾਂ ਨੇ ਵੀ ਕਿਹਾ ਆ ਕਿ ਨਿੱਜੀ ਰੰਜਿਸ਼ਾਂ ਜਿਹੜੀਆਂ ਆ ਉਹ ਅਕਾਲ ਤਖਤ 'ਤੇ ਨਾ ਕੱਢੋ। ਇਹ ਤਾਂ ਮੁੱਦਾ ਹੀ ਨਿੱਜੀ ਰੰਜਿਸ਼ ਦਾ ਸੀਗਾ ਕਿ ਬੀਬੀ ਨੂੰ ਕਿਸੇ ਤਰੀਕੇ ਨਾਲ ਗੁੱਠੇ ਲਾਇਆ ਜਾਵੇ, ਕਿਉਂਕਿ ਬੀਬੀ ਬਾਗੀ ਧੜੇ ਦੇ ਨਾਲ ਰਲ ਗਈ ਹੈ। ਸੋ ਹਾਲਾਂਕਿ ਬੀਬੀ ਪਹਿਲਾਂ ਅਕਾਲੀ ਦਲ ਛੱਡ ਚੁੱਕੀ ਸੀ, ਸੁਖਬੀਰ ਬਾਦਲ ਹੋਰਾਂ ਦੇ ਕਹਿਣ ਤੇ ਉਹਨੂੰ ਵਾਪਸ ਲਿਆਂਦਾ ਗਿਆ ਸੀਗਾ। ਉਦੋਂ ਜਦੋਂ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਪਹਿਲਾ ਵਾਰ ਆ ਕੇ ਇਹ ਕਿਹਾ ਗਿਆ ਸੀਗਾ ਕਿ ਉਸਨੇ ਮਾफ़ੀ ਮੰਗੀ ਹੈ, ਜਦੋਂ ਕਿ ਉਸਨੇ ਉਸ ਤਰੀਕੇ ਮਾफ़ੀ ਨਹੀਂ ਮੰਗੀ ਜਿਸ ਤਰੀਕੇ ਨਾਲ ਸਿੱਖ ਰਹਿਤ ਮਰਿਆਦਾ ਬਣੀ ਹੋਈ ਹੈ। ਸੋ ਉਸ ਵੇਲੇ ਬੀਬੀ ਤੇ ਢੀਂਡਸੇ ਹੋਰੀ ਸਾਰਿਆਂ ਨੂੰ ਉਹਨੇ ਵਾਪਸ ਬੁਲਾ ਲਿਆ ਸੀਗਾ। ਪਰ ਫਿਰ ਉਹੀ ਗੱਲ ਹੋਈ ਕਿ ਜਦੋਂ ਚੋਣਾਂ ਆਈਆਂ ਲੋਕ ਸਭਾ ਦੀਆਂ ਤੇ ਉਹਦੇ ਵਿੱਚ ਟਿਕਟ ਨਾ ਮਿਲਣ ਕਰਕੇ ਢੀਂਡਸੇ ਤਾਂ ਰੋਸੀ ਗਏ, ਔਰ ਉਸਦਾ ਸਿਲਾ ਇਹ ਬਣਿਆ ਕਿ ਬਾਅਦ ਵਿੱਚ ਬੀਬੀ ਔਰ ਢੀਂਡਸਾ ਔਰ ਇੱਥੋਂ ਤੱਕ ਕਿ ਬਹੁਤੇ ਜਿਹੜੇ ਖਾਸ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਜਿਨ੍ਹਾਂ ਤੋਂ ਤਵੱਕੋ ਨਹੀਂ ਸੀ ਕੀਤੀ ਜਾ ਸਕਦੀ, ਉਹ ਵੀ ਬਾਗੀ ਧੜੇ ਦੇ ਨਾਲ ਖੜੇ ਹੋ ਗਏ। ਔਰ ਇਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਵੀ ਹੋ ਗਏ, ਜਾਂ ਫਿਰ ਬਰਾੜ ਵਰਗੇ ਵੀ ਹੋ ਗਏ, ਜਿਹੜੇ ਕਦੇ ਅਕਾਲੀ ਦਲ ਦੇ ਬੁਲਾਰੇ ਕਹੇ ਜਾਂਦੇ ਸੀ, ਜਿਹੜੇ ਬਿਲਕੁਲ ਹਟ ਕੇ ਬਾਗੀ ਧੜੇ ਦੇ ਨਾਲ ਆ ਕੇ ਖੜੇ ਹੋ ਗਏ ਨੇ। ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ 28 ਅਕਤੂਬਰ ਨੂੰ ਹੋਣ ਵਾਲੀ ਚੋਣ ਅਕਾਲੀ ਦਲ ਦੇ ਧੜਿਆਂ ਦਾ ਭਵਿੱਖ ਤੈਅ ਕਰੂਗੀ, ਕਿਉਂਕਿ ਜਿਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤੀ ਜਾਂਦੀ ਆ ਉਸ ਨੂੰ ਮਜ਼ਬੂਤ ਅਕਾਲੀ ਦਲ ਮੰਨਿਆ ਜਾਂਦਾ। ਵੈਸੇ ਤਾਂ ਹੁਣ ਤੱਕ ਇਹ ਹੋਇਆ ਹੀ ਨਹੀਂਗਾ ਕਿ ਕਿਸੇ ਹੋਰ ਧੜੇ ਨੂੰ ਇਹਨਾਂ ਨੇ ਜਿੱਤਣ ਦਿੱਤਾ ਹੋਵੇ, ਕਿਉਂਕਿ ਹਾਲਾਤ ਇਹ ਬਣੇ ਪਏ ਆ ਜੋ ਕਈ ਵਾਰੀ ਪ੍ਰਤੱਖ ਹੁੰਦੇ ਆ। ਕਿਉਂਕਿ ਸ਼੍ਰੋਮਣੀ ਕਮੇਟੀ ਦਾ ਬਜਟ ਹੀ ਐਡਾ ਤਕੜਾ ਆ, ਇੰਨਾ ਕੁ ਤਕੜਾ ਆ ਕਿ ਪੰਜਾਬ ਸਰਕਾਰ ਦੇ ਬਜਟ ਨੂੰ ਵੀ ਉਹ ਟੱਕਰ ਦਿੰਦਾ ਆ। ਔਰ ਐਡਾ ਤਕੜਾ ਬਜਟ ਦੇ ਵਿੱਚ ਵੀ ਸਿੱਖਾਂ ਦੇ ਵਾਸਤੇ ਕੁਛ ਵੀ ਨਹੀਂਗਾ। ਸਿੱਖ ਜਿਹੜੇ ਗਰੀਬ ਆ, ਲਾਚਾਰ ਆ, ਮਜਬੂਰ ਆ, ਆਰਥਿਕ ਪੱਖੋਂ ਹੀਣੇ ਆ, ਜਾਂ ਉਹਨਾਂ ਵਾਸਤੇ ਸਿਹਤ ਸਿੱਖਿਆ ਸਹੂਲਤਾਂ ਨਹੀਂ ਹੈਗੀਆਂ, ਉਹਨਾਂ ਵਾਸਤੇ ਇਹ ਬਜਟ ਕਿਸੇ ਕੰਮ ਦਾ ਨਹੀਂਗਾ। ਔਰ ਤਕਰੀਬਨ ਇਹ ਜਿਹੜੇ SGPC ਦੇ ਨਾਲ ਜਿਹੜਾ ਅਕਾਲੀ ਧੜਾ ਜੁੜਿਆ ਰਿਹਾ ਆ, ਇਹਨਾਂ ਦੀਆਂ ਜਾਇਦਾਦਾਂ ਦੇ ਵਿੱਚ ਅਥਾਹ ਵਾਧਾ ਹੁੰਦਾ ਰਿਹਾ ਹੈ। ਇਹੀ ਕੁਛ ਹੋਇਆ, ਪਰ ਪੰਥ ਬਾਰੇ, ਕੌਮ ਬਾਰੇ ਇਹਨਾਂ ਨੇ ਕਦੇ ਨਹੀਂ ਸੋਚਿਆ। ਤੇ ਇਹ ਜਿਹੜਾ ਸਾਰਾ ਪੈਸਾ ਸੀਗੇ ਜਾਂ ਤਾਂ
ਛਬੀਲਾਂ ਲਾ ਦਿੱਤੀਆਂ, ਲੰਗਰ ਲਾ ਦਿੱਤੇ, ਜਾਂ ਫਿਰ ਗੁਰਦੁਆਰਿਆਂ ਸਾਹਿਬ ਦੀਆਂ ਜਿੰਨੀਆਂ ਇਮਾਰਤਾਂ ਸੀ ਉਹਨਾਂ 'ਤੇ ਸੋਨਾ ਮੜ੍ਹ ਦਿੱਤਾ, ਪੱਥਰ ਮੜ੍ਹ ਦਿੱਤੇ, ਔਰ ਪੁਰਾਤਨ ਜਿਹੜੇ ਦਸਤਾਵੇਜ਼ ਸੀ, ਜਿਹੜਾ ਪੁਰਾਤਨ ਇਤਿਹਾਸ ਸੀ, ਉਹਦਾ ਵੀ ਇਹਨਾਂ ਨੇ ਮਲੀਆ ਮੇਟ ਕਰਕੇ ਰੱਖ ਦਿੱਤਾ। ਸੋ ਕਿਸੇ ਕੰਮ ਦਾ ਨਹੀਂ ਗਾ। ਸੋ ਹੁਣ ਇਹ ਹੈ ਕਿ ਡਾਢੇ ਦਾ ਸੱਤੇ ਵੀ 100 ਵਾਲੀ ਗੱਲ ਹੈ ਕਿ ਜਦੋਂ ਹੁਣ ਇਹਨਾਂ ਦੇ ਹੱਥ ਤਾਕਤ ਹੈ, ਇਹਨਾਂ ਦੇ ਕੋਲੇ ਪੈਸਾ ਹੈ SGPC ਦਾ, ਤੇ ਜ਼ਾਹਿਰ ਹੈ ਕਿ ਦੂਜੇ ਧੜੇ ਨੂੰ ਤੇ ਇਹ ਕਦੇ ਜਿੱਤਣ ਦੇਣਗੇ ਨਹੀਂ, ਨਾ ਹੁਣ ਤੱਕ ਇਹ ਹੋਇਆ ਹੀ ਹੈ। ਹਾਲਾਂਕਿ SGPC ਦੇ 25 ਸਾਲ ਜਿਹੜੇ ਪ੍ਰਧਾਨ ਆ ਗੁਰਚਰਨ ਸਿੰਘ ਟੌਹੜਾ ਰਹੇ, ਉਸ ਤੋਂ ਬਾਅਦ ਕਿੰਨੇ ਪ੍ਰਧਾਨ ਆਏ ਤੇ ਕਿੰਨੇ ਪ੍ਰਧਾਨ ਚਲੇ ਗਏ, ਤੇ ਬੀਬੀ ਵੀ ਪ੍ਰਧਾਨ ਬਣੀ ਹੈ, ਪਰ ਉਸ ਤੋਂ ਬਾਅਦ ਹੁਣ ਲਗਾਤਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ SGPC ਪ੍ਰਧਾਨ ਤੁਰੇ ਆਉਂਦੇ ਨੇ। ਤਾਂ ਦੂਜੇ ਪਾਸੇ ਹੁਣ ਗੱਲ ਇਹ ਮੰਨੀ ਜਾਂਦੀ ਹੈ ਕਿ ਜਿਹੜੇ ਧੜਾ ਜਿੱਤੂਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤੂਗਾ, ਉਸੇ ਨੂੰ ਮਜ਼ਬੂਤ ਅਕਾਲੀ ਦਲ ਮੰਨਿਆ ਜਾਂਦਾ ਆ। ਆਮ ਤੌਰ 'ਤੇ ਚੋਣ ਨਵੰਬਰ ਮਹੀਨੇ ਵਿੱਚ ਹੁੰਦੀ ਹੈ, ਪਰ ਇਸ ਵਾਰੀ 20 ਦਿਨ ਪਹਿਲਾਂ ਹੋ ਰਹੀ ਹੈ। ਇਸ ਦੌਰਾਨ ਪੰਚਾਇਤੀ ਚੋਣਾਂ ਵੀ ਹੋਣੀਆਂ ਨੇ ਅਤੇ ਤਿਉਹਾਰਾਂ ਦਾ ਸੀਜ਼ਨ ਵੀ ਨੇੜੇ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਅਕਾਲੀ ਦਲ ਦੇ ਸਾਰੇ ਧੜਿਆਂ ਲਈ ਕਾਫੀ ਅਹਿਮ ਹੈ ਤੇ ਇਹ ਚੋਣ ਜਿੱਤਣ ਲਈ ਸਿਰ ਧੜ ਦੀ ਬਾਜੀ ਲੱਗੇਗੀ। ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਲਗਭਗ 30 ਸਾਲਾਂ ਤੋਂ ਦਬਦਬਾ ਰਿਹਾ ਹੈ, ਜਾਂ ਕਬਜ਼ਾ ਕਹਿ ਲਓ, ਕਬਜ਼ਾ ਰਿਹਾ ਆ, ਜਿਸ ਦੇ ਚੱਲਦਿਆਂ ਕਈ ਵਾਰ ਅਕਾਲੀ ਦਲ ਵਿੱਚੋਂ ਹੀ ਐਂਟੀ ਬਾਦਲ ਧੜਿਆਂ ਦਾ ਉਭਾਰ ਹੋ ਚੁੱਕਿਆ ਆ। ਇਸ ਸਮੇਂ ਵੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਹੈ, ਜਿਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਬੀਬੀ ਜਗੀਰ ਕੌਰ ਨੂੰ ਸੰਭਾਵੀ ਉਮੀਦਵਾਰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇਹ ਦੂਜਾ ਕਾਰਜਕਾਲ ਹੈ, ਔਰ ਸ਼੍ਰੋਮਣੀ ਕਮੇਟੀ ਦੇ ਇਜਲਾਸ ਨੂੰ ਅਗਾਊ ਬੁਲਾਉਣ ਦਾ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਤੋਂ ਮਿਲ ਰਹੀ ਚੁਣੌਤੀ ਨੂੰ ਮੰਨਿਆ ਜਾ ਰਿਹਾ। ਪਹਿਲਾਂ ਹੀ ਬੁਲਾ ਲਿਆ, ਇਸ ਕਰਕੇ ਚੁਣੌਤੀ ਮਿਲ ਰਹੀ ਹੈ ਬਈ, ਤਾਂ ਹੀ ਮੰਨਿਆ ਜਾ ਰਿਹਾ। ਔਰ ਪਿਛਲੇ ਸਾਲਾਂ ਦੀ ਤਰ੍ਹਾਂ ਬਾਗੀ ਧੜੇ ਵੱਲੋਂ ਪਾਰਟੀ ਦੇ ਨਾਮਜ਼ਦ ਉਮੀਦਵਾਰ ਵਿਰੁੱਧ ਆਪਣਾ ਉਮੀਦਵਾਰ ਖੜਾ ਕਰਨ ਦੀ ਸੰਭਾਵਨਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜੋ ਸਾਲਾਂ ਤੋਂ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਬਾਰੇ ਫੈਸਲਾ ਕਰਦੇ ਆ ਰਹੇ ਹਨ, ਨੂੰ 2007 ਤੋਂ 2017 ਤੱਕ ਪਾਰਟੀ ਅਤੇ ਇਸ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਸਿੱਖ ਹਲਕਿਆਂ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੁਖਬੀਰ ਬਾਦਲ ਨੂੰ ਕੁਝ ਸਮੇਂ ਲਈ ਸਿਆਸਤ ਵਿੱਚ ਹਿੱਸਾ ਲੈਣ ਤੋਂ ਰੋਕਣ ਵਾਂਗ ਸਖਤ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਪਾਰਟੀ ਦੇ ਉੱਚ ਅਹੁਦੇ ਤੋਂ ਅਸਤੀਫਾ ਦੇਣਾ ਪਊਗਾ। ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਚੋਣ ਇਜਲਾਸ ਧਾਰਮਿਕ ਸਜ਼ਾ ਦੇ ਐਲਾਨ ਤੋਂ ਪਹਿਲਾਂ ਕਰਵਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ ਹੁਣ ਚੋਣਾਂ ਲਈ ਤਿਆਰ ਹੈ, ਇਹ ਕਹਿਣਾ ਹੈ ਡਾਕਟਰ ਦਲਜੀਤ ਸਿੰਘ ਜਿਹੜੇ ਚੀਮਾ ਨੇ, ਔਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਨੇ। ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਅਕਾਲੀ ਦਲ ਤਿਆਰ ਹੈ। ਉਹਨਾਂ ਕਿਹਾ ਕਿ ਚੋਣਾਂ ਚਾਹੇ 28 ਅਕਤੂਬਰ ਨੂੰ ਹੋਣ ਭਾਵੇਂ ਨਵੰਬਰ ਨੂੰ, ਮੈਂਬਰਾਂ ਨੇ ਉਸੇ ਦਿਨ ਹੀ ਵੋਟ ਪਾਉਣੀ ਹੈ। ਉਹਨੇ ਵੀ ਕਿਹਾ ਹੈ ਕਿ ਮੈਂਬਰ ਇੰਨੇ ਸਾਲ ਨਹੀਂ ਟੁੱਟੇ ਤਾਂ ਹੁਣ ਕੁਝ ਕੁ ਦਿਨਾਂ ਵਿੱਚ ਕਿਵੇਂ ਟੁੱਟ ਸਕਦੇ ਨੇ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਜਿੱਤ ਦਾ ਭਰੋਸਾ ਹੈ, ਇਸ ਲਈ ਅਸੀਂ ਕਿਹਾ ਹੈ ਕਿ ਚੋਣ ਪਹਿਲਾਂ ਵੀ ਕਰਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜੇਕਰ ਸਾਨੂੰ ਕੋਈ ਸ਼ੱਕ ਹੁੰਦਾ ਤਾਂ ਅਸੀਂ ਚੋਣ 2 ਮਹੀਨਾ ਪਹਿਲਾਂ ਦੇਰੀ ਨਾਲ ਚੋਣ ਕਰਵਾਉਣ ਲਈ ਵੀ ਕਹਿ ਸਕਦੇ ਸੀਗੇ। ਕਾਲੀ ਵਿੱਚ ਹੁਣ ਜਿਹੜੀ ਚੋਣ ਦੀ ਗੱਲ ਵੀ ਉੱਠ ਰਹੀ ਹੈ ਵੀ ਇਹ ਚੋਣਾਂ ਕਾਲੀ 'ਚ ਕਰਵਾਈਆਂ ਜਾ ਰਹੀਆਂ ਨੇ। ਬੀਬੀ ਲਾਂਡਰਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਆਗੂ ਬੀਬੀ ਪਰਮਜੀਤ ਕੌਰ ਲਾਂਡਰਾ ਜਿਹੜੇ ਨੇ, ਇਹ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਜਿਹੜੀ ਚੋਣ ਹੈ ਆਮ ਤੌਰ 'ਤੇ ਨਵੰਬਰ ਵਿੱਚ ਹੋਣ ਦੀ ਰਵਾਇਤ ਹੈ, ਪਰ ਇਸ ਵਾਰੀ ਇਹ ਕਾਹਲੀ ਵਿੱਚ ਅਕਤੂਬਰ ਵਿੱਚ ਕਰਵਾਈ ਜਾ ਰਹੀ ਹੈ, ਕਿਉਂਕਿ ਅਕਾਲੀ ਦਲ ਨੂੰ ਡਰ ਹੈ ਕਿ ਮੈਂਬਰ ਇੱਧਰੋਂ ਉੱਧਰ ਜਾ ਸਕਦੇ ਨੇ। ਇਸ ਲਈ ਬੁਖਲਾਹਟ ਵਿੱਚ ਆ ਕੇ ਚੋਣ ਜਲਦੀ ਵਿੱਚ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਵਾਰ ਫੈਸਲੇ ਉਲਟ ਫੇਰ ਵਾਲੇ ਹੋ ਸਕਦੇ ਨੇ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚੋਣ ਲਈ ਤਿਆਰ ਹੈ। ਔਰ ਫਿਰ ਇਹ ਜਿਹੜੀਆਂ ਮੁਲਾਕਾਤਾਂ ਦਾ ਸਿਲਸਿਲਾ ਹੈ ਇਹ ਵੀ ਸ਼ੁਰੂ ਹੋ ਗਿਆ ਹੈ, ਕਿਉਂਕਿ ਬੀਬੀ ਜਗੀਰ ਕੌਰ ਵੀ ਮੁਲਾਕਾਤਾਂ ਕਰ ਰਹੇ ਨੇ, ਹਰਜਿੰਦਰ ਸਿੰਘ ਧਾਮੀ ਵੀ ਮੁਲਾਕਾਤ ਕਰ ਰਹੇ ਨੇ। ਔਰ ਅੰਦਰ ਤਾਂ ਜੋ ਆ ਉਹ ਚੱਲ ਹੀ ਰਿਹਾ ਹੈ ਕਿ ਕਿਹੜਾ ਧੜਾ ਅੱਗੇ ਆਵੇ, ਔਰ ਹਰੇਕ ਧੜਾ ਕੋਸ਼ਿਸ਼ ਜਿਹੜੀ ਆ ਉਹ ਆਪਣੇ ਤੌਰ 'ਤੇ ਕਰਦਾ ਪਿਆ ਆ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ 28 ਅਕਤੂਬਰ ਨੂੰ ਚੋਣ ਜਿਹੜੀ ਹੋਣ ਜਾ ਰਹੀ ਹੈ, ਉਸ ਤੋਂ ਪਹਿਲਾਂ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਰਨਾਲਾ ਜ਼ਿਲ੍ਹੇ ਦੇ SGPC ਮੈਂਬਰਾਂ ਜਥੇਦਾਰ ਬਲਦੇਵ ਸਿੰਘ ਚੁੰਗਾ ਅਤੇ ਸੰਤ ਬਲਵੀਰ ਸਿੰਘ ਘੁੰਸ ਨਾਲ ਮੁਲਾਕਾਤ ਕੀਤੀ ਗਈ ਹੈ, ਜੋ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਬੀਬੀ ਜਗੀਰ ਕੌਰ ਨੇ ਵੀ ਸੰਤ ਘੁੰਸ ਦੇ ਨਾਲ ਇੱਕ ਗੁਪਤ ਮੀਟਿੰਗ ਕੀਤੀ ਸੀ। ਭਾਵੇਂ ਕਿ ਦੋਵੇਂ SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਗਾ ਅਤੇ ਬਲਵੀਰ ਸਿੰਘ ਘੁੰਸ ਇਸ ਮੁਲਾਕਾਤ ਨੂੰ ਪਰਿਵਾਰਕ ਮੁਲਾਕਾਤ ਦੱਸ ਰਹੇ ਨੇ, ਤੇ ਇਹ ਮੁਲਾਕਾਤ ਸੰਬੰਧੀ ਜਥੇਦਾਰ ਬਲਦੇਵ ਸਿੰਘ ਚੁੰਗਾ ਨੇ ਕਿਹਾ ਕਿ ਉਹਨਾਂ ਦਾ ਭਾਣਜਾ ਪਿਛਲੇ ਦਿਨੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਸੰਬੰਧੀ SGPC ਪ੍ਰਧਾਨ ਧਾਮੀ ਉਹਨਾਂ ਨੂੰ ਮਿਲਣ ਨਹੀਂ ਪੁੱਜੇ ਸਨ।
ਜਦੋਂ ਸੰਤ ਘੁਣਸ ਦੇ ਨਾਲ ਗੱਲ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀਂ ਹੈ। ਉਹ ਐਸਜੀਪੀਸੀ ਪ੍ਰਧਾਨ ਧਾਮੀ ਨਾਲ ਪਰਿਵਾਰਕ ਰਿਸ਼ਤੇ ਨੇ ਤੇ ਜਿਸ ਦੇ ਚੱਲਦਿਆਂ ਉਹ ਉਹਨਾਂ ਦੇ ਘਰ ਮਿਲਣ ਆਏ ਸਨ। ਇਸ ਤੋਂ ਪਹਿਲਾਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਈ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪੰਜਾਬ ਸਰਕਾਰ ਦੇ ਸਾਬਕਾ ਸੰਸਦੀ ਸਕੱਤਰ ਰਹੇ ਸੰਤ ਬਲਵੀਰ ਸਿੰਘ ਘੁਣਸ ਨਾਲ ਬਰਨਾਲਾ ਵਿਖੇ ਇੱਕ ਗੁਪਤ ਮੀਟਿੰਗ ਕੀਤੀ ਗਈ ਹੈ। ਦਰਅਸਲ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਆਉਂਦੀ 28 ਅਕਤੂਬਰ ਨੂੰ ਹੋਣੀ ਤੈਅ ਹੈ। ਇਸ ਲਈ ਬੀਬੀ ਜਗੀਰ ਕੌਰ ਤੇ ਸੰਤ ਘੁਣਸ ਵਿਚਾਲੇ ਇਸ ਮੁਲਾਕਾਤ ਦਾ ਮਹੱਤਵ ਧਾਰਮਿਕ ਤੇ ਸਿਆਸੀ ਜ਼ਿਆਦਾ ਹੈ। ਪਤਾ ਇਹ ਵੀ ਲੱਗਾ ਕਿ ਬੀਬੀ ਜਗੀਰ ਕੌਰ ਤੇ ਸੰਤ ਘੁਣਸ ਵਿਚਾਲੇ ਇਹ ਮੁਲਾਕਾਤ ਕਾਫੀ ਲੰਬਾ ਸਮਾਂ ਚੱਲੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸੰਤ ਘੁਣਸ ਨੂੰ ਮੁੜ ਸ਼੍ਰੋਮਣੀ ਕਮੇਟੀ ਚੋਣਾਂ ਲੜਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜੋ ਸੰਤ ਘੁਣਸ ਪ੍ਰਧਾਨਗੀ ਦਾ ਜਾਂ ਕਿਸੇ ਹੋਰ ਅਹੁਦੇ ਦੀ ਚੋਣ ਲੜਦੇ ਹਨ ਤਾਂ ਇਸ ਵਾਰੀ ਸ਼੍ਰੋਮਣੀ ਕਮੇਟੀ ਦਾ ਚੋਣ ਦ੍ਰਿਸ਼ ਦਿਲਚਸਪ ਹੋ ਸਕਦਾ ਹੈ। ਇਹ ਗੁਪਤ ਮੀਟਿੰਗ ਤੋਂ ਬਾਅਦ ਸਿਆਸੀ ਹਲਕਿਆਂ 'ਚ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ ਅਤੇ ਚਰਚਾਵਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਹੁਣ ਦੇਖਣਾ ਇਹ ਹੈ ਕਿ ਆਖਰ ਇਸ ਵਾਰੀ ਕਿਹੜਾ ਧੜਾ ਜਿੱਤਦਾ ਆ, ਔਰ ਜਿਹੜਾ ਧੜਾ ਜਿੱਤੂਗਾ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ 'ਤੇ ਵੀ ਉਸ ਦਾ ਕਬਜ਼ਾ ਹੋਊਗਾ। ਪਰ ਸਥਿਤੀ ਜਿਹੜੀ ਆ ਉਹ ਹਮੇਸ਼ਾ ਦੀ ਤਰ੍ਹਾਂ ਇਹੀ ਹੁੰਦੀ ਆ ਕਿ ਆਖਰ ਜਿਹੜਾ ਆ ਉਹ ਗੇਂਦ ਜਿਹੜੀ ਆ ਬਾਦਲਾਂ ਦੇ ਖੇਮੇ 'ਚ ਹੀ ਜਾਂਦੀ ਆ, ਕਿਉਂਕਿ ਪੈਸਾ ਉਹਨਾਂ ਕੋਲੇ ਆ ਔਰ ਮਜ਼ਬੂਤੀ ਉਹਨਾਂ ਕੋਲੇ ਆ, ਤਾਕਤ ਉਹਨਾਂ ਕੋਲੇ ਆ। ਬਾਕੀ ਜਿੰਨੇ ਵੀ ਬਾਗੀ ਧੜੇ ਵਾਲੇ ਆ ਉਹ ਉਨੇ ਮਜ਼ਬੂਤ ਨਹੀਂ ਹੈਗੇ। ਤਾਂ ਕੁਝ ਵੀ ਹੋ ਸਕਦਾ, ਚਾਹੇ ਖਰੀਦ ਕਹਿ ਲਓ, ਚਾਹੇ ਤਿਕੜਮਬਾਜ਼ੀ ਕਹਿ ਲਓ, ਕੁਛ ਕਹਿ ਲਓ। ਸੋ ਜੋ ਸਥਿਤੀਆਂ ਨਜ਼ਰ ਆ ਰਹੀਆਂ ਉਸ ਤੋਂ ਇੱਕ ਵਾਰੀ ਫਿਰ ਲੱਗਦਾ ਹੈ ਕਿ ਜਿਹੜੀ ਗੇਂਦ ਆ ਬਾਦਲਾਂ ਦੇ ਖੇਮੇ ਜਾਊਗੀ। ਪਰ ਜੇ ਹਜੇ ਵੀ ਨਾ ਕੌਮ ਜਾਗੀ, ਹਜੇ ਵੀ ਨਾ ਜਾਗੇ ਲੋਕ ਤੇ ਇਸੇ ਤਰ੍ਹਾਂ ਹੀ ਫਿਰ ਵਿਕ ਗਏ ਜਾਂ ਵੋਟ ਵੇਚ ਲਈ ਜਾਂ ਉਸ ਪੱਖ 'ਚ ਭੁਗਤ ਗਏ ਤਾਂ ਫਿਰ ਸਿੱਖ ਪੰਥ ਦਾ ਕੋਈ ਭਲਾ ਹੋਣ ਵਾਲਾ ਨਹੀਂ ਗਾ। ਇਹ ਸਪਸ਼ਟ ਗੱਲਾਂ ਆ। ਤਾਂ ਅਗਲੀ ਖਬਰ ਜਿਹੜੀ ਫਸਲੀ ਵੰਨ-ਸੁਵੰਨਤਾ ਪੰਜਾਬ ਵਿੱਚ ਲਿਆਉਣ ਦੇ ਸਰਕਾਰੀ ਦਾਅਵਿਆਂ ਦੀ ਸੀ, ਸਰਕਾਰ ਦੇ ਦਾਅਵਿਆਂ ਦੀ ਸੀ, ਪੰਜਾਬ ਸਰਕਾਰ ਦੇ ਦਾਅਵਿਆਂ ਦੀ ਸੀ। ਉੱਥੇ ਇੱਕ ਸਰਕਾਰੀ ਅਦਾਰੇ ਦੀ ਕਰਤੂਤ ਨੰਗੀ ਹੋਈ ਹੈ। ਕਿਵੇਂ ਵੰਨ-ਸੁਵੰਨਤਾ ਲਿਆਂਦੀ ਜਾ ਸਕਦੀ ਹੈ? ਇੱਕ ਪਾਸੇ ਕਿਸਾਨਾਂ ਦੇ ਲਈ ਖੇਤੀ ਨੀਤੀ ਤਿਆਰ ਕੀਤੀ ਜਾ ਰਹੀ ਹੈ, ਦੂਜੇ ਪਾਸੇ ਉਹਨਾਂ ਨਾਲ ਧੋਖੇਬਾਜ਼ੀ ਕੀਤੀ ਜਾ ਰਹੀ ਹੈ ਔਰ ਕੁਝ ਫਸਲਾਂ ਜਿਹੜੀਆਂ ਨੇ ਉਹ ਸਿਰਫ ਫਾਈਲਾਂ ਦੇ ਵਿੱਚ ਹੀ ਬੀਜੀਆਂ ਗਈਆਂ ਨੇ, ਕਾਗਜ਼ਾਂ ਵਿੱਚ ਹੀ ਬੀਜੀਆਂ ਗਈਆਂ ਨੇ। ਔਰ ਇਹ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਹੋਰਾਂ ਦੀ ਰਿਪੋਰਟ ਆ, ਜਿਹਦੇ ਉੱਤੇ ਅਸੀਂ ਚਰਚਾ ਕਰਾਂਗੇ, ਕਿਉਂਕਿ ਖਾਸ ਤੌਰ 'ਤੇ ਸਰਕਾਰੀ ਕ੍ਰਾਂਤੀ ਫਾਈਲਾਂ 'ਚ ਉੱਗਿਆ ਮੱਕੀ ਦਾ ਬੀਜ ਆ ਇਹ ਸਿਰਲੇਖ ਸੀਗਾ। ਕਿਉਂਕਿ ਪੰਜਾਬ ਰਾਜ ਬੀਜ ਜਿਹੜੀ ਪ੍ਰਮਾਣ ਸੰਸਥਾ ਆ ਇਸ ਵੱਲੋਂ ਮੱਕੀ ਦੇ ਫਾਊਂਡੇਸ਼ਨ ਬੀਜ ਦੀ ਬਜਾਏ, ਖੇਤਾਂ ਦੀ ਬਜਾਏ ਕਾਗਜ਼ਾਂ ਵਿੱਚ ਦਿਖਾਉਣ ਦਾ ਗੋਰਖ ਧੰਦਾ ਬੇਪਰਦਾ ਹੋਇਆ। ਦੇਖੋ ਕਿੱਡੀ ਵੱਡੀ ਗੱਲ ਹੈ, ਕਿਵੇਂ ਹੋਇਆ। ਹੁਣ ਗੱਲ ਤਾਂ ਇਹ ਆਉਂਦੀ ਪਈ ਹੈ ਵੀ ਅਸੀਂ ਖੇਤੀ ਨੀਤੀ ਤਿਆਰ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ 'ਚੋਂ ਬਾਹਰ ਨਿਕਲ ਕੇ ਵੰਨ-ਸੁਵੰਨਤਾ ਵਾਲੇ ਪਾਸੇ ਆਵੇ, ਜਿਹੜੀਆਂ ਹੋਰ ਫਸਲਾਂ ਆ ਉਹ ਬੀਜ ਬਿਜਾਈ ਕਰੇ। ਪਰ ਜਦੋਂ ਬਾਕੀ ਫਸਲਾਂ ਬਿਜਵਾਉਣ ਦੀ ਗੱਲ ਆਉਂਦੀ ਹੈ, ਜ਼ਾਹਿਰ ਹੈ ਕਿ ਉਹਦੇ ਵਾਸਤੇ ਕੋਈ ਸੋਧਿਆ ਹੋਇਆ ਬੀਜ ਵੀ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਫਸਲ ਕਿਉਂ ਨਾ ਹੋਵੇ ਜਿਹੜੀ ਪੰਜਾਬ ਦੀ ਧਰਤੀ 'ਤੇ ਪੈਦਾ ਹੁੰਦੀ ਹੈ। ਪਰ ਜੇ ਉਹਦੇ ਵਿੱਚ ਵੀ ਬੇਈਮਾਨੀ ਕੀਤੀ ਜਾਵੇ, ਖਾਸ ਤੌਰ 'ਤੇ ਜਿਵੇਂ ਹੁਣ ਬੀਜ ਪ੍ਰਮਾਣਿਤ ਸੰਸਥਾ ਆ ਪੰਜਾਬ ਦੀ, ਔਰ ਹੈ ਤਾਂ ਇਹ ਗੌਰਮੈਂਟ ਦੀ ਸੰਸਥਾ ਨਾ, ਜਿਹੜੇ ਕਿਸਾਨਾਂ ਨੂੰ ਸੋਧੇ ਹੋਏ ਬੀਜ ਦੇਣੇ ਆ। ਤੇ ਜੇ ਹੁਣ ਇਹਦੀ ਹੀ ਕਰਤੂਤ ਨੰਗੀ ਹੋ ਰਹੀ ਹੈ ਤੇ ਤੁਸੀਂ ਕਿਵੇਂ ਫਸਲਾਂ ਦੀ ਵੰਨ-ਸੁਵੰਨਤਾ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹੋ? ਕਿਉਂਕਿ ਜਿਹੜੀ ਫਸਲ ਬੀਜੀ ਨਹੀਂ ਗਈ, ਜਿਹੜੀ ਫਸਲ ਦਾ ਸਾਰਾ ਦਿਖਾਇਆ ਹੀ ਇਹ ਗਿਆ ਆ ਕਿ ਇਹ ਬੀਜ ਦਿੱਤੀ ਗਈ ਆ, ਪਰ ਜਦੋਂ ਉਹਦੀ ਪੜਚੋਲ ਕੀਤੀ ਗਈ ਹੈ ਤੇ ਉਹ ਫਸਲ ਸਿਰਫ ਤੇ ਸਿਰਫ ਫਾਈਲਾਂ ਦੇ ਵਿੱਚ ਬੀਜੀ ਗਈ ਹੈ। ਤਾਂ ਫਸਲੀ ਵੰਨ-ਸੁਵੰਨਤਾ ਦੇ ਰਾਹ ਪੈਣ ਵਾਲੇ ਕਿਸਾਨਾਂ ਨਾਲ ਇਹ ਵੱਡੀ ਠੱਗੀ ਦਾ ਮਾਮਲਾ ਉਜਾਗਰ ਹੋਇਆ। ਪੰਜਾਬ ਰਾਜ ਬੀਜ ਪ੍ਰਮਾਣ ਸੰਸਥਾ ਦੇ ਖੇਤਰੀ ਦਫ਼ਤਰ ਜਲੰਧਰ ਨੇ ਮੱਕੀ ਦੇ ਫਾਊਂਡੇਸ਼ਨ ਬੀਜ ਦੀ ਖੇਤਾਂ ਵਿੱਚ ਫਰਜ਼ੀ ਬਿਜਾਂਦ ਦਿਖਾ ਦਿੱਤੀ ਆ ਵੀ ਬੀਜਿਆ ਗਿਆ ਆ, ਜਿਸ ਦਾ ਪਤਾ ਉੱਚ ਪੱਧਰੀ ਪੜਤਾਲ ਦੌਰਾਨ ਲੱਗਿਆ ਆ। ਖੇਤੀਬਾੜੀ ਮੰਤਰੀ ਦੇ ਧਿਆਨ ਵਿੱਚ ਜਦੋਂ ਮਾਮਲਾ ਸ਼ਿਕਾਇਤਾਂ ਦੇ ਜ਼ਰੀਏ ਆਇਆ ਤਾਂ ਉਹਨਾਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ ਔਰ ਪੰਜਾਬ ਰਾਜ ਪ੍ਰਮਾਣਨ ਸੰਸਥਾ ਨੇ ਪੜਤਾਲ ਲਈ ਵਿਸ਼ੇਸ਼ ਦਸਤੇ ਦਾ ਸੰਗਠਨ ਕੀਤਾ ਸੀਗਾ ਅਤੇ ਪੜਤਾਲ ਮਗਰੋਂ ਇਸ ਦੀ ਰਿਪੋਰਟ 8 ਅਕਤੂਬਰ ਨੂੰ ਖੇਤੀ ਮੰਤਰੀ ਨੂੰ ਸੌਂਪੀ ਗਈ ਹੈ। ਇਸ ਫਰਜ਼ੀ ਗੋਲਮਾਲ ਵਿੱਚ ਬੀਜ ਪ੍ਰਮਾਣਨ ਸਹਾਇਕ ਅਤੇ ਖੇਤਰੀ ਦਫ਼ਤਰ ਜਲੰਧਰ ਦੀ ਬੀਜ ਡੀਲਰਾਂ ਤੇ ਟਰੇਡਰਾਂ ਦੇ ਨਾਲ ਮਿਲੀ ਭੁਗਤ ਸੀਗੇ ਵੀ ਉੱਥੋਂ ਖਰੀਦਿਆ ਗਿਆ, ਉੱਥੋਂ ਫਲਾਣੇ ਜਰੀਏ ਜਾਂਦਾ ਗਿਆ, ਫਲਾਣੇ ਖੇਤ 'ਚ ਬੀਜਿਆ ਗਿਆ,
ਇੰਨਾ ਰਕਬਾ ਲਿਆਂਦਾ ਗਿਆ ਇਹ ਮੱਕੀ ਦੇ ਹੇਠਾਂ। ਵੀ ਕਿੱਡੀ ਵੱਡੀ ਘਪਲੇਬਾਜ਼ੀ ਇਹ ਹੋ ਰਹੀ ਹੈ, ਕਿਉਂਕਿ ਸਾਰੇ ਹੀ ਮਤਲਬ ਇਸ ਹਮਾਮ 'ਚ ਸਾਰੇ ਹੀ ਨੰਗੇ ਆ ਕਿ ਆਹ ਕੀ ਕੁਛ ਹੋ ਰਿਹਾ। ਕੌਣ ਕੌਣ ਰਲਿਆ, ਖੇਤੀਬਾੜੀ ਮੰਤਰੀ ਨੂੰ ਪਤਾ ਨਹੀਂ, ਉਹਨਾਂ ਦੇ ਨੱਕ ਥੱਲੇ ਹੋ ਕੀ ਰਿਹਾ ਆ, ਔਰ ਖੇਤੀਬਾੜੀ ਮਹਿਕਮੇ ਨੂੰ ਪਤਾ ਨਹੀਂਗਾ। ਪਰ ਕਹਿ ਸਕਦੇ ਆ ਕਿ ਜਿਹੜੀ ਅਫਸਰਸ਼ਾਹੀ ਆ, ਜੇ ਕੋਈ ਸਰਕਾਰ ਚੱਜ ਨਾਲ ਚੱਲਣਾ ਵੀ ਚਾਹੁੰਦੀ ਆ ਤੇ ਅਫਸਰਸ਼ਾਹੀ ਆਪਣੀਆਂ ਪੁਰਾਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦੀ ਕਿ ਉਹ ਅੱਖੀ ਘੱਟਾ ਸਰਕਾਰਾਂ ਦੇ ਪਾਉਣੋਂ ਹਟਦੀ ਨਹੀਂ। ਔਰ ਹੋਰ ਕਿੱਥੇ ਕੁ ਤੱਕ ਕਿਹੜੇ ਕੋਈ ਕੈਮਰੇ ਲਾ ਕੇ ਫਿੱਟ ਬੈਠਾ ਰਵੇ ਕਿ ਇਹ ਬਾਕੀ ਦੀ ਅਫਸਰਸ਼ਾਹੀ ਜਾਂ ਉਹਦੇ ਥੱਲੇ ਕੰਮ ਕਰਨ ਵਾਲੇ ਮੁਲਾਜ਼ਮ ਉਹ ਕੀ ਕਰਤੂਤਾਂ ਕਰੀ ਜਾਂਦੇ ਆ, ਜਿਹੜੀ ਕਿ ਇਹਨਾਂ ਦੀ ਸਾਹਮਣੇ ਆਈ ਆ। ਹੁਣ 4 ਮੈਂਬਰੀ ਵਿਸ਼ੇਸ਼ ਦਸਤੇ ਨੇ ਆਪਣੀ ਇਸ ਬਾਬਤ ਪੜਤਾਲ ਰਿਪੋਰਟ 27 ਸਤੰਬਰ ਨੂੰ ਦੇ ਦਿੱਤੀ ਸੀਗੀ। ਰਿਪੋਰਟ ਅਨੁਸਾਰ ਸੰਸਥਾ ਵੱਲੋਂ 6 ਅਦਾਰਿਆਂ ਜ਼ਰੀਏ 1315 ਏਕੜ ਰਕਬੇ ਵਿੱਚ ਫਾਊਂਡੇਸ਼ਨ ਬੀਜ ਦੀ ਬਿਜਾਂਦ ਕਰਵਾਈ ਗਈ ਆ। 1 ਨਾ ਅੱਧਾ, 10 ਨਾ 20 ਕਿੱਲੇ, 1315 ਕਿੱਲਿਆਂ ਦੇ ਵਿੱਚ, ਜਿਸ ਦੀ ਉਪਜ ਹਾਸਲ ਕਰਕੇ ਤਸਦੀਕਸ਼ੁਦਾ ਬੀਜ ਅੱਗੇ ਕਿਸਾਨਾਂ ਨੂੰ ਦਿੱਤਾ ਜਾਣਾ ਸੀਗਾ। ਵੇਖੋ, ਕਿਸਾਨਾਂ ਤੋਂ ਇਹ ਉਪਜ MSP ਤੋਂ ਵੱਧ ਭਾਅ 'ਤੇ ਖਰੀਦ ਕੀਤੀ ਜਾਂਦੀ ਹੈ। ਪੜਤਾਲ ਵਿੱਚ ਸਾਹਮਣੇ ਆਇਆ ਕਿ ਮੱਕੀ ਦੇ ਬੀਜ ਦੀ ਸਰਟੀਫਿਕੇਸ਼ਨ ਦਾ ਸਾਰਾ ਰਕਬਾ ਜਿਹੜਾ ਆ ਕੁਝ ਦਲਾਲਾਂ ਦੇ ਬੀਜ ਟ੍ਰੇਡਰਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਵਾਂ 'ਤੇ ਸਿਰਫ ਕਾਗਜ਼ਾਂ ਵਿੱਚ ਹੀ ਦਿਖਾਇਆ ਗਿਆ ਹੈ। ਕੁਝ ਚੋਣਵੇਂ ਪਰਿਵਾਰਾਂ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਮੋਟਾ ਫਾਇਦਾ ਦੇਣ ਲਈ ਇਹ ਬੀਜ ਵੰਡਿਆ ਗਿਆ ਆ। ਬਹੁਤ ਸਾਰਾ ਕੁਛ ਅਸੀਂ ਪਿਛਲੇ ਸਾਲਾਂ ਤੋਂ ਦੇਖਦੇ ਆਏ ਹਾਂ ਕਿ ਅਕਸਰ ਇਹ ਹੁੰਦਾ ਹੈ ਕਿ ਕੋਈ ਕਾਗਜ਼ੀ ਕਾਰਵਾਈਆਂ, ਖਾਨਾ ਪੂਰਤੀਆਂ ਕਰਨੀਆਂ ਹੁੰਦੀਆਂ ਆ, ਉਹ ਅਸਲ 'ਚ ਨਹੀਂ ਹੁੰਦੀਆਂ। ਸਿਰਫ ਇਹ ਹੁੰਦਾ ਕਿ ਕਾਗਜ਼ੀ ਕਾਰਵਾਈ ਦੀ ਸਿਰਫ ਖਾਨਾ ਪੂਰਤੀ ਕੀਤੀ ਜਾਂਦੀ ਆ, ਅਸਲੀਅਤ ਵਿੱਚ ਨਹੀਂ ਹੁੰਦਾ ਵੀ ਚਲੋ ਐਂ ਕਰ ਦਿਓ ਜੀ, ਫਲਾਨਾ ਦਾ ਨਾਂ ਪਵਾ ਦਿਓ, ਉਹਦਾ ਨਾਂ ਪਵਾ ਦਿਓ, ਉਹ ਕਰ ਦਿਓ, ਉਹ ਕਰ ਦਿਓ। ਕਈ ਵਾਰੀ ਇੱਦਾਂ ਦੇ ਗੱਲਾਂ ਹੁੰਦੀਆਂ, ਜਿਵੇਂ ਕਿ ਬੀਤੇ ਦਿਨ ਹੀ ਕਈ ਵਾਰੀ ਨਿੱਜੀ ਸਾਡੇ ਨਾਲ ਮਸਲੇ ਬਣ ਜਾਂਦੇ ਆ। ਬੀਤੇ ਦਿਨ ਹੀ ਮੇਰੇ ਕੋਲੇ ਜਿਹੜਾ ਕਨੈਕਸ਼ਨ ਲੱਗਿਆ ਹੋਇਆ ਨੈੱਟ ਦਾ, ਅਤੇ ਉਹ ਆ ਗਏ ਅਤੇ ਮੈਂ ਹੈਰਾਨ ਸੀਗਾ ਕਿ ਅਸੀਂ ਤਾਂ ਕੋਈ ਕੰਪਲੇਂਟ ਦਿੱਤੀ ਨਹੀਂ। ਅਤੇ ਕਹਿੰਦੇ ਨਹੀਂ ਜੀ, ਕੰਪਲੇਂਟ ਨਹੀਂ ਹੈਗੀ, ਤੁਸੀਂ ਇੱਦਾਂ ਕਰੋ ਕਿ ਉਹ ਕਹਿੰਦੇ ਆ ਜੀ ਕੰਪਲੇਂਟਾਂ ਤੁਹਾਨੂੰ ਆਉਣੀਆਂ ਚਾਹੀਦੀਆਂ, ਤੁਸੀਂ ਕੱਢਣੀਆਂ ਆ, ਅਤੇ ਤੁਸੀਂ ਇੱਦਾਂ ਕਰੋ ਜੀ, ਤੁਸੀਂ ਆਪਣੇ ਮੋਬਾਈਲ ਨੰਬਰ ਤੋਂ ਜੀ ਇਹਨੂੰ ਡਾਇਲ ਕਰ ਦਿਓ, ਤੋਂ ਤੁਹਾਡਾ ਉੱਥੇ ਚਲਾ ਜਾਊਗਾ ਕਿ ਵੀ ਇਹ ਕੰਪਲੇਂਟ ਵਾਲਾ ਨੰਬਰ ਹੁੰਦਾ। ਅਤੇ ਫਿਰ ਇਸ ਤਰੀਕੇ ਨਾਲ ਉਹ ਕਾਗਜ਼ੀ ਕਾਰਵਾਈ ਜਿਹੜੀ ਗਲਤ ਮਲਤ ਤਰੀਕੇ ਨਾਲ ਲੈ ਕੇ ਗਏ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੱਦਾਂ ਦਾ ਨਹੀਂ ਕੁਛ ਕਰਦਾ, ਮੈਂ ਇਹਨਾਂ ਗਲਤ ਕੰਮਾਂ 'ਚ ਸਾਥ ਨਹੀਂ ਦਿੰਦਾ। ਉਹ ਕਹਿੰਦੇ ਨਹੀਂ ਜੀ, ਸਾਡੇ ਉੱਤੋਂ ਥੋੜ੍ਹਾ ਪ੍ਰੈਸ਼ਰ ਆ ਸਾਡੇ 'ਤੇ, ਤੁਸੀਂ ਸਾਡੀ ਹੈਲਪ ਕਰ ਦਿਓ। ਸੋ ਇਹ ਮਤਲਬ ਹਰ ਅਦਾਰੇ 'ਚ, ਚਾਹੇ ਉਹ ਸਰਕਾਰੀ ਆ ਚਾਹੇ ਗੈਰ ਸਰਕਾਰੀ ਆ, ਇਸ ਤਰ੍ਹਾਂ ਦੀਆਂ ਫਰਜ਼ੀਵਾੜੇ ਜਿਹੜੇ ਆ ਉਹ ਬਹੁਤ ਹੁੰਦੇ ਆ। ਸਰਕਾਰੀ ਤਾਂ ਬਹੁਤ ਜ਼ਿਆਦਾ ਫਰਜ਼ੀਵਾੜੇ ਕਈ ਥਾਵਾਂ 'ਤੇ ਹੋਏ ਆ ਕਿ ਸਿਰਫ ਖਾਨਾ ਪੂਰਤੀਆਂ ਹੀ ਕੀਤੀਆਂ ਜਾਂਦੀਆਂ, ਹੋਰ ਕੁਛ ਨਹੀਂ। ਪੜਤਾਲ ਰਿਪੋਰਟ ਜਿਹੜੀ ਆਈ ਆ ਉਸ ਅਨੁਸਾਰ ਖੇਤਰੀ ਦਫ਼ਤਰ ਜਲੰਧਰ ਦੀ ਮਿਲੀ ਭੁਗਤ ਨਾਲ ਫਰਜ਼ੀ ਰਕਬੇ ਨੂੰ ਸਰਟੀਫਾਈਡ ਕੀਤਾ ਜਾਂਦਾ ਆ, ਅਤੇ ਇਸ ਮਗਰੋਂ ਦਲਾਲਾਂ ਦੇ ਬੀਜ ਟ੍ਰੇਡਰਸ ਵੱਲੋਂ ਵੱਡਾ ਮੁਨਾਫਾ ਚੋਣਵੇਂ ਅਧਿਕਾਰੀਆਂ ਦੇ ਨਾਲ ਮਿਲ ਕੇ ਆਪਸ ਵਿੱਚ ਵੰਡ ਲਿਆ ਜਾਂਦਾ ਸੀ। ਪੜਤਾਲ ਵਿੱਚ ਸਪਸ਼ਟ ਹੋਇਆ ਕਿ ਪੰਜਾਬ ਦੇ ਕਿਸਾਨਾਂ ਨੂੰ ਫਰਜ਼ੀ ਅਤੇ ਗੈਰ ਮਿਆਰੀ ਬੀਜ ਪੈਦਾ ਕਰਕੇ ਵੰਡਿਆ ਜਾ ਰਿਹਾ। ਵੰਡਿਆ ਕਿੱਥੇ ਜਾ ਰਿਹਾ? ਨਾ ਬੀਜਿਆ ਨਾ ਉੱਗਿਆ, ਕਿ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ, ਗੱਲ ਤਾਂ ਉਹ ਬਣੀ ਪਈ ਹੈ, ਕਿੱਥੇ ਚਲੀ ਗਈ ਹੈ। ਸੋ ਵਿਸ਼ੇਸ਼ ਦਸਤੇ ਨੇ ਜ਼ਿਲ੍ਹਾ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿਚਲੇ ਮੱਕੀ ਦੇ ਫਾਊਂਡੇਸ਼ਨ ਬੀਜ ਦੇ ਕਾਸ਼ਤਕਾਰ ਕਿਸਾਨਾਂ ਨਾਲ ਦਿੱਤੇ ਗਏ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਸੰਪਰਕ ਕੀਤਾ ਤਾਂ ਅੱਗੋਂ ਇਹ ਪਤਾ ਲੱਗਿਆ ਕਿ ਇਹ ਨੰਬਰ 2 ਜਾਂ 3 ਬੀਜ ਟ੍ਰੇਡਰਸ ਦਲਾਲਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਆ। ਇਹਨਾਂ ਵੱਲੋਂ ਮਿਲਕਫੈਡ, NCC ਔਰ ਪਨਸੀਡ ਅਤੇ ਨੈਫਡ ਆਦਿ ਨਾਲ ਸੈਟਿੰਗ ਕਰਕੇ ਇਹ ਬੀਜ ਆਮ ਕਿਸਾਨਾਂ ਨੂੰ ਬੀਜ ਪੈਦਾ ਕਰਨ ਲਈ ਦੇਣ ਦੀ ਥਾਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਮ ਜਾਰੀ ਕਰਾ ਲਿਆ ਗਿਆ ਆ। ਰਜਿਸਟਰਡ ਮੋਬਾਈਲ ਨੰਬਰਾਂ 'ਤੇ ਸੰਪਰਕ ਕੀਤੇ ਜਾਣ 'ਤੇ ਸੰਬੰਧਿਤ ਕਿਸਾਨਾਂ ਨੂੰ ਮੱਕੀ ਦੇ ਬੀਜ ਦੇ ਰਕਬੇ, ਕਿਸਮ ਅਤੇ ਸ਼੍ਰੇਣੀ ਆਦਿ ਬਾਰੇ ਜਾਣਕਾਰੀ ਨਹੀਂ ਸੀਗੀ, ਅਤੇ ਨਾ ਹੀ ਇਹ ਕਿਸਾਨ ਆਪਣੇ ਖੇਤ ਦਿਖਾ ਸਕੇ। ਸਾਰੇ ਕਿਸਾਨਾਂ ਨੇ ਇੱਕ ਵਿਅਕਤੀ ਵਿਸ਼ੇਸ਼ ਦਾ ਨਾਂ ਲਿਆ ਆ, ਵੀ ਕਿਸੇ ਖਾਸ ਬੰਦੇ ਦਾ ਨਾਂ ਲਿਆ ਵੀ ਭਾਈ ਅਸੀਂ ਉਹਦੇ ਕਹਿਣ 'ਤੇ ਇਹ ਸਾਰਾ ਕੁਛ ਕੀਤਾ ਆ, ਜਿਸ ਨੇ ਪਤਾ ਲੱਗਦੇ ਹੀ ਵਿਸ਼ੇਸ਼ ਦਸਤੇ ਨੂੰ ਧਮਕਾਇਆ ਵੀ ਅਤੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ। ਯਾਨੀ ਕਿ ਹਰ ਜਗ੍ਹਾ ਦੇ ਉੱਤੇ ਇਹ ਬਾਬੂ, ਇਹ ਅਫਸਰਸ਼ਾਹੀ ਔਰ ਇਹੋ ਜਿਹੇ ਤਿਕੜਮਬਾਜ਼, ਠੱਗ, ਚੋਰ, ਭ੍ਰਿਸ਼ਟ, ਬੇਈਮਾਨ ਜਿਹੜੇ ਬੈਠੇ ਆ, ਉਹ ਫਿਰ ਇਹਨਾਂ ਹਰਕਤਾਂ 'ਤੇ ਆਉਂਦੇ ਆ, ਕਿਉਂਕਿ ਸੱਚ ਜਦੋਂ ਖੁੱਲ੍ਹਦਾ ਹੈ ਅਤੇ ਫਿਰ ਉਹ ਧਮਕੀਆਂ ਦੇ ਉੱਤੇ ਉਤਰ ਆਉਂਦੇ ਆ। ਸੋ ਇਹ ਜਿਹੜਾ ਫਾਊਂਡੇਸ਼ਨ ਬੀਜ ਵਾਲਾ ਰਕਬਾ ਕਿਸਾਨ ਦਿਖਾਉਣ ਵਿੱਚ ਅਸਫਲ ਰਹੇ ਆ, ਅਤੇ ਇਹ ਸਾਰਾ ਜਿਹੜਾ ਰਕਬਾ ਆ ਇਹ ਫਰਜ਼ੀ ਪਾਇਆ ਗਿਆ ਆ। ਕੁੱਲ 1319 ਏਕੜ ਰਕਬੇ 'ਚੋਂ ਸਿਰਫ 4 ਏਕੜ ਰਕਬਾ ਹੀ ਸਹੀ ਤਸਦੀਕ ਹੋਇਆ ਆ। ਵਿਸ਼ੇਸ਼ ਦਸਤੇ ਨੇ ਮੱਕੀ, ਜਵੀ ਅਤੇ ਬਰਸੀਨ ਦੇ ਬੀਜਾਂ ਨੂੰ ਪੈਦਾ ਕਰਨ ਵਾਲੇ
ਇਸ ਗੋਰਖ ਧੰਦੇ ਨੂੰ ਠੱਲਣ ਵਾਸਤੇ ਸੁਝਾਅ ਵੀ ਪੇਸ਼ ਕੀਤੇ ਨੇ। ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਇਸ ਗੋਰਖ ਧੰਦੇ ਵਿੱਚ ਸ਼ਾਮਲ ਟਰੇਡਰਸ ਨੂੰ ਬਲੈਕ ਲਿਸਟ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ। ਹੁਣ ਇਹ ਗੱਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆ ਤੱਕ ਪੁੱਜੀ ਹੈ ਤਾਂ ਉਹਨਾਂ ਦਾ ਕਹਿਣਾ ਆ ਕਿ ਪੜਤਾਲ 'ਚ ਮੱਕੀ ਦੇ ਫਾਊਂਡੇਸ਼ਨ ਬੀਜ ਦਾ ਰਕਬਾ ਫਰਜ਼ੀ ਨਿਕਲਿਆ, ਜਿਸ ਨੂੰ ਲੈ ਕੇ ਖੇਤੀ ਬੀਜ ਪ੍ਰਮਾਣਨ ਅਫਸਰ ਜਲੰਧਰ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ। ਉਹਨਾਂ ਖੇਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਕਾਰਵਾਈ ਲਈ ਸਿਫਾਰਿਸ਼ ਭੇਜ ਦਿੱਤੀ ਗਈ ਹੈ। ਖੁੱਡੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਠੱਗੀ ਦੇ ਮਾਮਲੇ ਨੂੰ ਬਰਦਾਸ਼ਤ ਨਹੀਂ ਕਰੇਗੀ। ਹੁਣ ਹੋਣਾ ਤਾਂ ਇਹ ਚਾਹੀਦਾ ਆ ਕਿ ਇਹੋ ਜਿਹੇ ਭ੍ਰਿਸ਼ਟ ਨਿਜ਼ਾਮ ਚਲਾਉਣ ਵਾਲੇ ਅਫਸਰਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਫਰਜ਼ੀ ਜਿਹੜੇ ਡੀਲਰਾਂ ਦੇ ਨਾਂ ਦੇ ਉੱਤੇ ਸਾਰਾ ਫਰਜ਼ੀਵਾੜਾ ਹੋਇਆ ਹੈ ਉਹਨਾਂ ਡੀਲਰਾਂ ਦੇ ਲਾਇਸੈਂਸ ਰੱਦ ਕਰਨੇ ਚਾਹੀਦੇ ਆ ਔਰ ਇਹਨਾਂ ਅਫਸਰਾਂ ਨੂੰ ਵੀ ਨੌਕਰੀਆਂ ਇੱਕ ਵਾਰੀ ਮੁਅੱਤਲ ਕਰ ਦੇਣਾ ਚਾਹੀਦਾ ਆ ਜਾਂ ਫਿਰ ਕੁਛ ਚਿਰ ਲਈ ਇਹਨਾਂ ਨੂੰ ਅਹੁਦੇ ਤੋਂ ਮੁਕਤ ਰੱਖਿਆ ਜਾਵੇ ਤਾਂ ਕਿ ਇਹਨਾਂ ਨੂੰ ਹੋਸ਼ ਆ ਜਾਵੇ ਕਿ ਅਸੀਂ ਕਿਹਨਾਂ ਦੇ ਨਾਲ ਧੱਕੇਸ਼ਾਹੀ ਕਰਦੇ ਪਏ ਹਾਂ ਔਰ ਕਿਸਾਨਾਂ ਦੇ ਨਾਲ ਜਿਹੜੀ ਇਹ ਵੱਡੀ ਠੱਗੀ ਹੋ ਰਹੀ ਆ। ਜੇ ਸਹੀ ਅਰਥਾਂ ਵਿੱਚ ਹੀ ਤਾਂ ਹੁਣ ਫਰਜ਼ੀਵਾੜਾ ਪਤਾ ਲੱਗ ਗਿਆ ਤੇ ਪਿਛਲੀਆਂ ਸਰਕਾਰਾਂ ਦੇ ਸਮੇਂ ਖਰੇ ਕਿੱਡੇ ਕੁ ਫਰਜ਼ੀਵਾੜੇ ਹੋਏ ਹੋਣਗੇ ਇਹ ਤਾਂ ਸਾਹਮਣੇ ਆ ਗਿਆ। ਪਰ ਅਫਸੋਸ ਇਹ ਆ ਕਿ ਕਿਸਾਨਾਂ ਨੂੰ ਜਿੱਥੇ ਅੱਗੇ ਉਤਸ਼ਾਹਿਤ ਕਰਕੇ ਲਿਆਉਣਾ ਚਾਹੀਦਾ ਫਸਲੀ ਵਨਸਪੰਨਤਾ ਵਾਲੇ ਪਾਸੇ, ਉੱਥੇ ਇਹੋ ਜਿਹੇ ਠੱਗ ਤੇ ਭ੍ਰਿਸ਼ਟ ਜਿੰਨਾ ਚਿਰ ਅਫਸਰਸ਼ਾਹੀ ਦੇ ਵਿੱਚ ਬੈਠੇ ਆ, ਇਹੋ ਜਿਹੇ ਬਾਊ ਬੈਠੇ ਆ ਜਾਂ ਅਮਲਾ ਫੈਲਾ ਬੈਠਾ ਆ, ਉਹਨਾਂ ਚਿਰ ਤੱਕ ਕਿਸਾਨੀ ਦਾ ਜਿਹੜਾ ਭਲਾ ਆ ਉਹ ਨਹੀਂ ਹੋ ਸਕਦਾ। ਤਾਂ ਅਗਲੀ ਸਵਾਲ ਜਿਹੜਾ ਆ ਉਹ ਡੇਰੇ ਸਿਰਸੇ ਨੂੰ ਲੈ ਕੇ ਆ ਕਿ ਚੋਣਾਂ ਤੋਂ ਪਹਿਲਾਂ ਬਲਾਤਕਾਰੀ ਰਾਮ ਰਹੀਮ ਸੌਦਾ ਸਾਧ ਨੂੰ ਬਾਹਰ ਲਿਆਂਦਾ ਗਿਆ ਸੀਗਾ ਕਿ ਉਹਦੇ ਕਰਕੇ ਤਾਂ ਨਹੀਂ ਇਹ ਚੋਣਾਂ ਜਿੱਤੀਆਂ ਗਈਆਂ, ਸਵਾਲ ਖੜੇ ਹੁੰਦੇ ਆ। ਹਾਲਾਂਕਿ ਉਸ ਦੇ ਉੱਤੇ ਅਦਾਲਤ ਨੇ ਅੰਕੁਸ਼ ਲਾਇਆ ਸੀਗਾ ਕਿ ਨਾ ਤਾਂ ਉਹ ਕੋਈ ਗੱਲ ਕਰ ਸਕਦਾ, ਨਾ ਚੋਣ ਪ੍ਰਚਾਰ ਕਰ ਸਕਦਾ, ਨਾ ਉਸ ਜਗ੍ਹਾ ਜਾ ਸਕਦਾ। ਹਾਲਾਂਕਿ ਉਹ ਬਾਗਪਤ ਫਾਰਮ ਜਿਹੜਾ ਯੂਪੀ ਸੀਗਾ ਉਹ ਉੱਥੇ ਹੀ ਜਾਂਦਾ ਆ, ਹਰ ਵਾਰੀ ਜਿਹੜਾ ਉਹਨਾਂ ਦਾ ਉੱਥੇ ਡੇਰਾ ਬਣਿਆ ਹੋਇਆ ਆ। ਤੇ ਸਵਾਲ ਖੜੇ ਹੋ ਰਹੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਜਿਹਦੇ ਵਿੱਚ ਇੱਕ ਵਾਰੀ ਭਾਜਪਾ ਜਿੱਤ ਗਈ ਹੈ, ਕਿਉਂਕਿ ਮਨੋਹਰ ਲਾਲ ਖੱਟੜ ਵੀ ਭਾਜਪਾ ਦਾ ਮੁੱਖ ਮੰਤਰੀ ਸੀਗਾ ਤੇ ਉਹਨੂੰ ਸੌਦਾ ਸਾਧ ਵਿੱਚ ਕੋਈ ਐਬ ਨਜ਼ਰ ਨਹੀਂ ਸੀ ਆਉਂਦਾ, ਜਿਵੇਂ ਸੌਦਾ ਸਾਧ ਦੇ ਪ੍ਰੇਮੀਆਂ ਨੂੰ ਨਜ਼ਰ ਨਹੀਂ ਆਉਂਦਾ ਉਵੇਂ ਉਹਨੂੰ ਵੀ ਨਜ਼ਰ ਨਹੀਂ ਸੀ ਆਉਂਦਾ ਗਾ। ਔਰ ਇਸ ਕਰਕੇ ਸ਼ੱਕ ਇਸ ਗੱਲ ਦਾ ਹੀ ਪੈ ਰਿਹਾ ਹੈ ਕਿ ਹੁਣ ਭਾਜਪਾ ਨੂੰ ਜਿਤਾਉਣ ਵਿੱਚ ਕਿਤੇ ਸੌਦਾ ਸਾਧ ਨੇ ਤਾਂ ਨਹੀਂ ਆਪਦੇ ਪ੍ਰੇਮੀਆਂ ਨੂੰ WhatsApp ਰਾਹੀਂ ਕਾਲਾਂ ਕੀਤੀਆਂ ਜਾਂ ਫੋਨ ਕੀਤੇ ਜਾਂ ਕੋਈ ਮੈਸੇਜ ਇੱਦਾਂ ਦੇ ਛੱਡੇ ਜਾਂ ਕੋਈ ਨਾ ਕੋਈ ਸੁਨੇਹਾ ਜਾਂ ਕੋਈ ਨਾ ਕੋਈ ਇੱਕ ਇਸ਼ਾਰਾ ਮਾਤਰ ਹੁੰਦਾ ਹੈ ਕਿ ਕੋਈ ਇੱਕ ਇਸ਼ਾਰਾ ਇਹੋ ਜਿਹਾ ਦਿੱਤਾ ਜਾਵੇ ਜਿਹਦੇ ਵਿੱਚ ਇਹ ਪਤਾ ਲੱਗ ਜਾਵੇ ਕਿ ਉਸ ਕਰਕੇ ਤਾਂ ਨਹੀਂ ਇਹ ਸਰਕਾਰ ਬਣੀ। ਤਾਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਪਸ਼ਟ ਬਹੁਮਤ ਮਿਲ ਗਿਆ ਤੇ ਸੂਬੇ ਵਿੱਚ ਲਗਾਤਾਰ ਤੀਜੀ ਵਾਰੀ ਸਰਕਾਰ ਭਾਜਪਾ ਦੀ ਬਣੇਗੀ। ਔਰ ਬੀਤੇ ਦਿਨੀ ਆਏ ਚੋਣ ਨਤੀਜਿਆਂ ਨੂੰ ਲੈ ਕੇ ਜਿੱਥੇ ਰਾਜਨੀਤਿਕ ਪਾਰਟੀਆਂ ਖਾਸ ਤੌਰ ਉੱਤੇ ਕਾਂਗਰਸ ਨੂੰ ਹੈਰਾਨ ਕੀਤਾ ਆ, ਉੱਥੇ ਹੀ ਸਿਆਸੀ ਪੰਡਤਾਂ ਦੀਆਂ ਭਵਿੱਖਬਾਣੀਆਂ ਨੂੰ ਵੀ ਖਾਰਜ ਕਰ ਦਿੱਤਾ ਹੈ। ਐਗਜ਼ਿਟ ਪੋਲ ਸਰਵੇਖਣਾਂ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਮਿਲਦੀ ਦਿਖਾਈ ਦੇ ਰਹੀ ਸੀ ਅਤੇ ਕੁਝ ਸਰਵੇਖਣਾਂ ਵਿੱਚ ਤਾਂ ਕਾਂਗਰਸ ਨੂੰ 60 ਤੋਂ ਜ਼ਿਆਦਾ ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਸਨ, ਪਰ ਅਸਲ ਨਤੀਜੇ ਭਾਜਪਾ ਦੇ ਪੱਖ ਵਿੱਚ ਗਏ ਨੇ। ਭਾਜਪਾ ਨੇ 48 ਸੀਟਾਂ, ਕਾਂਗਰਸ ਨੂੰ 37 ਅਤੇ 2 ਸੀਟਾਂ ਇੰਡੀਅਨ ਨੈਸ਼ਨਲ ਲੋਕ ਦਲ ਅਤੇ 3 ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ ਨੇ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਸਿਰਸਾ ਦਾ ਜਿਹੜਾ ਸੌਦਾ ਸਾਧ ਰਾਮ ਰਹੀਮ ਹੈ ਉਸ ਦੀ ਪਰੌਲ ਉੱਤੇ ਜਿਹੜੀ ਰਿਹਾਈ ਹੋਈ ਹੈ ਉਸ ਦਾ ਭਾਜਪਾ ਨੂੰ ਸਿਆਸੀ ਤੌਰ ਤੇ ਕਿੰਨਾ ਫਾਇਦਾ ਹੋਇਆ, ਇਹ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਹੁਣ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਦੂਜੇ ਪਾਸੇ ਇਹਨਾਂ ਚੋਣਾਂ ਵਿੱਚ ਡੇਰਾ ਮੁਖੀ ਦੀ ਜੇਲ੍ਹ ਦੇ ਜੇਲ੍ਹ ਰਹੇ ਸੁਨੀਲ ਸਤਪਾਲ ਸਾਂਗਵਾਨ ਜੋ ਕਿ ਦਾਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਉੱਤੇ ਚੋਣ ਲੜੇ ਨੇ ਵੀ ਜਿੱਤਣ ਵਿੱਚ ਕਾਮਯਾਬ ਰਹੇ ਨੇ। ਅਸੀਂ ਪਹਿਲਾਂ ਵੀ ਪੰਜਾਬ ਟਾਕਸ ਦੇ ਜ਼ਰੀਏ ਸੁਨੀਲ ਸਾਂਗਵਾਨ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਸੌਦਾ ਸਾਧ ਦਾ ਇਹ ਖਾਸਮ ਖਾਸ ਹੈ ਬੰਦਾ ਤੇ ਇਹ ਕਿਉਂਕਿ ਉੱਥੇ ਜੇਲ੍ਹ ਰਿਹਾ ਪਰ ਇੱਕੋਦਮ ਭਾਜਪਾ 'ਚ ਆ ਗਿਆ ਤੇ ਫਿਰ ਹੁਣ ਇਹ ਜਿੱਤ ਕਿਵੇਂ ਗਿਆ ਹੈਗਾ ਇੱਕੋਦਮ ਹੀ, ਕਿਉਂਕਿ ਬਾਕੀ ਜਿਹੜੇ ਹੋਰ ਦਿੱਗਜ ਬੈਠੇ ਸੀ ਇਹ ਤਾਂ ਨਵਾਂ ਰਾਜਨੀਤੀ ਜਾਇਜ਼ ਤੇ ਇਹ ਕਿਵੇਂ ਇੱਕੋਦਮ ਜਿੱਤ ਗਿਆ, ਇਹ ਸਵਾਲ ਖੜੇ ਹੁੰਦੇ ਆ। ਯਾਦ ਰਹੇ ਕਿ ਸੁਨੀਲ ਸਾਂਗਵਾਨ ਦੇ ਹੁੰਦਿਆਂ ਸੌਦਾ ਸਾਧ ਕਈ ਵਾਰੀ ਜੇਲ੍ਹ ਤੋਂ ਬਾਹਰ ਆਇਆ ਤੇ ਉਹਨਾਂ ਕੁਝ ਸਮਾਂ ਪਹਿਲਾਂ ਨੌਕਰੀ ਤੋਂ ਅਸਤੀਫਾ ਦੇ ਕੇ ਭਾਜਪਾ ਦੇ ਨਾਲ ਆਪਣੀ ਸਿਆਸੀ ਭਾਰੀ ਖੇਡੀ ਹੈ। ਚੋਣਾਂ ਤੋਂ ਸਿਰਫ 3 ਦਿਨ ਪਹਿਲਾਂ 2 ਅਕਤੂਬਰ ਨੂੰ ਬਲਾਤਕਾਰੀ ਰਾਮ ਰਹੀਮ ਨੂੰ ਪਰੌਲ ਮਿਲੀ
ਤੇ ਉਹ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿਖੇ ਆਪਣੇ ਬਾਗਪਤ ਆਸ਼ਰਮ ਦੇ ਵਿੱਚ ਪੁੱਜ ਗਿਆ ਸੀਗਾ। ਹਾਲਾਂਕਿ ਹਰਿਆਣਾ ਕਾਂਗਰਸ ਨੇ ਇਸ ਦਾ ਵਿਰੋਧ ਵੀ ਕੀਤਾ ਅਤੇ ਮਾਮਲਾ ਚੋਣ ਕਮਿਸ਼ਨ ਕੋਲ ਗਿਆ ਸੀ, ਪਰ ਹੋਇਆ ਕੁਝ ਵੀ ਨਹੀਂ। ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆ ਗਿਆ ਸੀ। ਚੋਣਾਂ ਤੋਂ ਠੀਕ ਪਹਿਲਾਂ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਸੌਦਾ ਸਾਧ ਦਾ। ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਉੱਤੇ ਡੇਰਾ ਮੁਖੀ ਕਦੇ ਪੈਰੋਲ ਉੱਤੇ ਤੇ ਕਦੇ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਜੇਲ੍ਹ ਤੋਂ ਬਾਹਰ ਆਉਂਦਾ ਰਿਹਾ ਹੈ। ਹਾਲਾਂਕਿ ਡੇਰਾ ਮੁਖੀ ਨੇ ਕੋਈ ਵੀ ਜਨਤਕ ਭਾਸ਼ਣ ਨਹੀਂ ਦਿੱਤਾ, ਪਰ ਸਿਆਸੀ ਮਾਹਰ ਮੰਨਦੇ ਨੇ ਕਿ ਭਾਜਪਾ ਨੂੰ ਮਿਲੀ ਜਿੱਤ ਦੇ ਕਈ ਕਾਰਨ ਨੇ। ਇਹਨਾਂ ਵਿੱਚੋਂ ਇੱਕ ਕਾਰਨ ਡੇਰਾ ਆ ਤੇ ਉਸ ਚੋਣਾਂ ਤੋਂ ਪਹਿਲਾਂ ਡੇਰੇ ਦੇ ਪੈਰੋਕਾਰਾਂ ਨੇ ਆਪਣੀ ਤਾਕਤ ਦਾ ਅਹਿਸਾਸ ਸਿਆਸੀ ਪਾਰਟੀਆਂ ਨੂੰ ਕਰਵਾਉਣਾ ਸ਼ੁਰੂ ਕਰ ਦਿੱਤਾ ਸੀਗਾ। ਰਾਮ ਰਹੀਮ ਦੀ ਪੈਰੋਲ ਤੋਂ ਪਹਿਲਾਂ ਵਾਲੇ ਹਫ਼ਤੇ ਵਿੱਚ ਡੇਰਾ ਪੈਰੋਕਾਰਾਂ ਨੇ ਜ਼ਿਲ੍ਹਿਆਂ ਵਿੱਚ ਇਕੱਠ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਦੇਖੋ, ਇਹ ਗੱਲ ਤਾਂ ਹੈ ਕਿ ਜਦੋਂ ਵੀ ਹੁਣ ਤੱਕ ਪੰਜਾਬ ਵਿੱਚ ਜੋ ਕੁਝ ਹੋਇਆ, ਡੇਰਾ ਪ੍ਰੇਮੀਆਂ ਨੂੰ ਇੱਕ ਗੁਪਤ ਕੋਡ ਦਿੱਤਾ ਜਾਂਦਾ ਆ, ਜਿਹੜਾ ਬਤੌਰ ਪੱਤਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਪਤਾ ਹੈ ਕਿ ਹੁਣ ਤੱਕ ਆਹੀ ਕੁਝ ਤਿਕੜਮਬਾਜ਼ੀਆਂ ਡੇਰੇ ਦੇ ਜਿਹੜੇ ਚੇਲੇ ਚਾਟੜੇ ਆ ਉਹਨਾਂ ਨੂੰ ਦਿੱਤੀਆਂ ਜਾਂਦੀਆਂ, ਹਦਾਇਤਾਂ ਦਿੱਤੀਆਂ ਜਾਂਦੀਆਂ ਤੇ ਫਿਰ ਉਹ ਸਾਰਿਆਂ ਦੇ ਕੰਨਾਂ 'ਚ ਫੂਕਾਂ ਮਾਰਨੀਆਂ ਸ਼ੁਰੂ ਕਰਦੇ ਆ। ਉਹ ਗਾਂ ਫਿਰ ਆਪਦੇ ਮੋਬਾਈਲਾਂ ਜ਼ਰੀਏ ਕਹਿ ਲਓ, ਕੁਛ ਕਹਿ ਲਓ, ਮੈਸੇਜਾਂ ਜ਼ਰੀਏ ਕਹਿ ਲਓ, ਇੱਦਾਂ ਸੁਨੇਹੇ ਪਹੁੰਚਾ ਦਿੰਦੇ ਆ ਤੇ ਫਿਰ ਉਹ ਸਾਰਾ ਕੁਛ ਹੀ ਜਿਹੜਾ ਇੱਕ ਸੰਗਠਨ ਇਹਨਾਂ ਦਾ ਇਕੱਠਾ ਹੋ ਜਾਂਦਾ ਤੇ ਇਹ ਕਾਰਵਾਈਆਂ ਆਪਣੀਆਂ ਗੁਪਤ ਰੂਪ ਵਿੱਚ ਸ਼ੁਰੂ ਕਰ ਦਿੰਦੇ ਆ। ਜਿਵੇਂ ਕਿ ਪਹਿਲਾਂ ਇਹਨਾਂ ਨੇ ਉਹ ਕਰਤੂਤ ਕੀਤੀ ਜਿਹੜੀ ਸਿੱਖਾਂ ਦੇ ਹਿਰਦੇ ਹਜੇ ਵੀ ਬਲੂੰਦਰਦੀ ਆ। ਸੋ ਕਹਿ ਸਕਦੇ ਹਾਂ ਕਿ ਇਹਦੇ ਪੈਰੋਕਾਰਾਂ ਨੇ ਮਤਲਬ ਇਕੱਠ ਵੱਡੇ ਕਰਨੇ ਸ਼ੁਰੂ ਕਰ ਦਿੱਤੇ ਸੀ। ਪਰ ਦੂਜੇ ਪਾਸੇ ਸਿਆਸੀ ਮਾਹਰ ਇਹ ਵੀ ਮੰਨਦੇ ਆ ਕਿ ਡੇਰੇ ਦਾ ਪ੍ਰਭਾਵ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ। ਤੇ ਦੂਜੇ ਪਾਸੇ ਚੰਡੀਗੜ੍ਹ ਤੋਂ ਇੱਕ ਸੀਨੀਅਰ ਪੱਤਰਕਾਰ ਨੇ, ਉਹਨਾਂ ਦਾ ਕਹਿਣਾ ਹੈ ਕਿ 2017 ਤੋਂ ਪਹਿਲਾਂ ਹਰਿਆਣਾ ਵਿੱਚ ਡੇਰਾ ਮੁਖੀ ਦਾ ਬਹੁਤ ਜਲਵਾ ਸੀ, ਪਰ ਰਾਜਨੀਤਿਕ ਪਾਰਟੀ ਦੇ ਆਗੂ ਡੇਰਾ ਮੁਖੀ ਦਾ ਆਸ਼ੀਰਵਾਦ ਲੈਣ ਦੇ ਲਈ ਉਹਨਾਂ ਨਾਲ ਮੁਲਾਕਾਤ ਕਰਦੇ ਰਹੇ ਆ। ਪਰ ਵੱਖ-ਵੱਖ ਮਾਮਲਿਆਂ ਵਿੱਚ ਸੌਦਾ ਸਾਧ ਨੂੰ ਸਜ਼ਾ ਹੋਣ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ ਤਾਂ ਉਸ ਦਾ ਪ੍ਰਭਾਵ ਵੀ ਘਟਦਾ ਗਿਆ। ਉਹਨਾਂ ਦੇ ਮੁਤਾਬਕ ਅਕਸਰ ਰਾਜਨੀਤਿਕ ਪਾਰਟੀਆਂ ਚੋਣਾਂ ਜਿੱਤਣ ਦੇ ਲਈ ਦਾਅ ਪੇਚ ਖੇਡਦੀਆਂ ਨੇ। ਇਹਨਾਂ ਵਿੱਚੋਂ ਇੱਕ ਡੇਰਾ ਮੁਖੀ ਦੀ ਪੈਰੋਲ ਵੀ ਹੈ। ਡੇਰਾ ਰਾਮ ਰਹੀਮ ਦਾ ਹੈੱਡਕੁਆਟਰ ਸਿਰਸਾ ਵਿੱਚ ਆ ਤੇ ਇਸ ਇਲਾਕੇ ਵਿੱਚ ਵਿਧਾਨ ਸਭਾ ਦੀਆਂ 5 ਸੀਟਾਂ ਆ, ਜਿਸ ਦੇ ਵਿੱਚ ਸਿਰਸਾ ਆ, ਐਲਨਾਬਾਦ ਆ, ਡੱਬਵਾਲੀ ਆ, ਕਾਲਾਂਵਾਲੀ ਆ ਤੇ ਰਾਣੀਆਂ ਆਉਂਦੀਆਂ ਨੇ। ਇਹਨਾਂ ਸਾਰੀਆਂ ਸੀਟਾਂ ਉੱਤੇ ਭਾਜਪਾ ਨੂੰ ਹਾਰ ਮਿਲੀ ਹੈ। ਬਲਵੰਤ ਜਿਹੜੇ ਉਹ ਪੱਤਰਕਾਰ ਨੇ, ਉਹਨਾਂ ਨੇ ਦੱਸਿਆ ਕਿ ਜੇਕਰ ਪੈਰੋਲ ਨਾਲ ਥੋੜ੍ਹੀਆਂ ਵੋਟਾਂ ਭਾਜਪਾ ਨੂੰ ਵੀ ਮਿਲਦੀਆਂ ਨੇ ਤਾਂ ਇਹ ਇੰਨੀਆਂ ਜ਼ਿਆਦਾ ਨਹੀਂ ਹੈ ਜਿਸ ਨਾਲ ਭਾਜਪਾ ਨੂੰ ਜਿੱਤ ਮਿਲ ਸਕੇ। ਉਹਨਾਂ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਦੇ ਕਈ ਫੈਕਟਰ ਨੇ, ਉਹਨਾਂ ਵਿੱਚੋਂ ਇੱਕ ਫੈਕਟਰ ਡੇਰਾ ਆ। ਉਹਨਾਂ ਮੁਤਾਬਕ ਜਿੱਤ ਦਾ ਪੂਰਾ ਸਿਹਰਾ ਡੇਰੇ ਨੂੰ ਦੇਣਾ ਗਲਤ ਹੈ। ਉਹਨਾਂ ਮੁਤਾਬਕ ਕਾਂਗਰਸ ਦੀ ਹਾਰ ਦੇ ਕਈ ਕਾਰਨ ਨੇ। ਕਾਰਨ ਇਹ ਹੈ ਵੀ ਕਾਂਗਰਸੀਆਂ ਨੇ ਬਹੁਤੀ ਥਾਵਾਂ ਦੇ ਆਪਣਿਆਂ ਨੂੰ ਟਿਕਟ ਦਿੱਤੀ ਨਹੀਂ, ਜਿਨ੍ਹਾਂ ਨੂੰ ਮਿਲਣੀ ਚਾਹੀਦੀ ਸੀ ਉਹਦੀ ਜਗ੍ਹਾ ਨਵਿਆਂ ਨੂੰ ਮੌਕਾ ਦਿੱਤਾ ਤੇ ਫਿਰ ਉਹ ਪੁਰਾਣਿਆਂ ਨੇ ਆਪਣਿਆਂ ਨੂੰ ਉਹਨਾਂ ਨੂੰ ਹੀ ਹਰਾਤਾ ਜਾਂ ਫਿਰ ਉਹ ਭਾਜਪਾ ਚਲੇ ਗਏ ਤੇ ਉੱਥੇ ਉਹ ਸੀਟ ਜਿੱਤ ਗਏ। ਇੱਥੇ ਇਹ ਵੀ ਫਰਕ ਪਿਆ, ਜਿਵੇਂ ਕਿ ਪਿਛਲੇ ਦਿਨਾਂ 'ਚ ਅਸੀਂ ਚਰਚਾ ਕੀਤਾ ਆ। ਦੂਜੇ ਪਾਸੇ ਭੁਪਿੰਦਰ ਸਿੰਘ ਹੁੱਡਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਰਹੇ ਆ, ਉਹਨਾਂ ਦਾ ਗੜ੍ਹ ਸੋਨੀਪਤ ਰੋਹਤਕ ਝੱਜਰ ਨੂੰ ਮੰਨਿਆ ਜਾਂਦਾ ਸੀ ਤੇ ਇਹਨਾਂ ਇਲਾਕਿਆਂ ਵਿੱਚ ਜਾਟ ਵੋਟਰਾਂ ਦਾ ਪ੍ਰਭਾਵ ਜ਼ਿਆਦਾ। ਸੋਨੀਪਤ ਵਿੱਚ ਭਾਜਪਾ ਦਾ ਜਿੱਤਣਾ ਇਸ ਗੱਲ ਦਾ ਸੰਕੇਤ ਆ ਕਿ ਇੱਥੇ ਵੀ ਜਾਟ ਵੋਟਰਾਂ ਦਾ ਸਾਥ ਕਾਂਗਰਸ ਨੂੰ ਨਹੀਂ ਮਿਲਿਆ। ਹਰਿਆਣਾ ਦੇ ਇੱਕ ਹੋਰ ਸੀਨੀਅਰ ਜਿਹੜੇ ਸਿਆਸੀ ਮਾਹਰ ਨੇ, ਉਹਨਾਂ ਦਾ ਕਹਿਣਾ ਕਿ ਹਰਿਆਣਾ ਵਿੱਚ ਕਈ ਸੀਟਾਂ ਅਜਿਹੀਆਂ ਨੇ ਜਿੱਥੇ ਡੇਰੇ ਦਾ ਪ੍ਰਭਾਵ ਹੈ, ਪਰ ਇਹ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਹੈ ਕਿ ਉੱਥੋਂ ਦੇ ਚੋਣ ਨਤੀਜਿਆਂ ਨੂੰ ਬਦਲਿਆ ਜਾ ਸਕੇ। ਉਹਨਾਂ ਆਖਿਆ ਕਿ ਕਾਂਗਰਸ ਦੀ ਹਾਰ ਦੇ ਕਈ ਕਾਰਨ ਨੇ। ਸਭ ਤੋਂ ਵੱਡਾ ਕਾਰਨ ਹੈ ਕਈ ਸੀਟਾਂ ਉੱਤੇ ਕਾਂਗਰਸ ਨੂੰ ਹਰਾਉਣ ਵਿੱਚ ਆਜ਼ਾਦ ਉਮੀਦਵਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਕਾਰਨ ਵੋਟਾਂ ਵੰਡੀਆਂ ਗਈਆਂ ਤੇ ਇਸ ਦਾ ਫਾਇਦਾ ਜਿਹੜਾ ਆ ਉਹ ਭਾਜਪਾ ਨੂੰ ਹੋਇਆ। ਇਸੇ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਜਾਟ ਬਨਾਮ ਗੈਰ ਜਾਟ ਦੇ ਪ੍ਰਭਾਵ ਨੂੰ ਕਾਂਗਰਸ ਬਦਲਣ ਵਿੱਚ ਨਾਕਾਮਯਾਬ ਰਹੀ ਹੈ, ਜਿਸ ਦਾ ਫਾਇਦਾ ਵੀ ਭਾਜਪਾ ਨੂੰ ਹੋਇਆ। ਇਸ ਤੋਂ ਇਲਾਵਾ ਕਾਂਗਰਸ ਦਲਿਤਾਂ ਦੇ ਅਪਮਾਨ ਦੇ ਮੁੱਦੇ ਨੂੰ ਸਹੀ ਤਰੀਕੇ ਨਾਲ ਕਾਊਂਟਰ ਨਹੀਂ ਕਰ ਸਕੀ। ਕੁਮਾਰੀ ਸ਼ੈਲਜਾ ਦਾ ਚੋਣ ਪ੍ਰਚਾਰ ਤੋਂ ਦੂਰ ਰਹਿਣ ਦਾ ਕਾਰਨ ਵੀ ਕਾਂਗਰਸ ਲਈ ਨੁਕਸਾਨਦੇਹ ਸਾਬਿਤ ਹੋਇਆ। ਹਾਲਾਂਕਿ ਕਹਿ ਸਕਦੇ ਹਾਂ ਕਿ ਸੌਦਾ ਸਾਧ ਨੂੰ ਹੁਣ ਤੱਕ ਬਹੁਤ ਵਾਰੀ ਜਿਹੜੀ ਆ ਪੈਰੋਲ ਮਿਲ ਸਕੀ ਆ ਔਰ 24 ਅਕਤੂਬਰ 2020 ਨੂੰ ਪਹਿਲੀ ਵਾਰੀ ਰਾਮ ਰਹੀਮ ਨੂੰ ਪੈਰੋਲ ਮਿਲੀ ਸੀਗੀ ਤੇ ਹੁਣ 2 ਅਕਤੂਬਰ ਨੂੰ ਫਿਰ ਇਹ ਪੈਰੋਲ ਮਿਲੀ ਆ, ਯਾਨੀ ਕਿ ਬਹੁਤ ਵਾਰੀ ਸੌਦਾ ਸਾਧ ਜਿਹੜਾ ਆ ਉਹ ਪੈਰੋਲ ਤੇ ਬਾਹਰ ਆ ਚੁੱਕਿਆ ਆ। ਹਾਲਾਂਕਿ ਪੈਰੋਲ ਦੇ ਨਿਯਮਾਂ ਮੁਤਾਬਕ ਡੇਰਾ ਮੁਖੀ ਨੇ ਕਦੇ ਵੀ ਕੋਈ ਜਨਤਕ ਭਾਸ਼ਣ ਨਹੀਂ ਦਿੱਤਾ, ਪਰ ਮਾਹਰਾਂ ਮੁਤਾਬਕ ਜ਼ਿਆਦਾ ਨਹੀਂ ਪਰ ਥੋੜ੍ਹਾ ਪ੍ਰਭਾਵ ਤਾਂ ਵੋਟਰਾਂ ਉੱਤੇ ਇਸ ਦਾ ਹੋਇਆ ਆ, ਜਿਸ ਵਿੱਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਡੇਰਾ ਮੁਖੀ
ਜਿੰਨੀ ਵਾਰ ਵੀ ਜੇਲ੍ਹ ਤੋਂ ਬਾਹਰ ਆਇਆ ਤੇ ਉਸ ਸਮੇਂ ਹਰਿਆਣਾ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਚੋਣਾਂ ਦਾ ਮਾਹੌਲ ਜ਼ਰੂਰ ਰਿਹਾ ਆ। ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਡੇਰਾ ਮੁਖੀ ਕੁਝ ਸਮੇਂ ਲਈ ਜੇਲ੍ਹ ਤੋਂ ਬਾਹਰ ਆਇਆ ਸੀਗਾ। ਸੋ ਹਰਿਆਣਾ ਦੀਆਂ ਜਿਹੜੀਆਂ 90 ਸੀਟਾਂ ਲਈ ਜਿਹੜੀਆਂ ਚੋਣਾਂ ਹੋਈਆਂ ਨੇ, ਇਹਨਾਂ ਚੋਣਾਂ ਵਿੱਚ ਕਾਂਗਰਸ ਤੋਂ ਇਲਾਵਾ ਕਈ ਦੂਜੀਆਂ ਪਾਰਟੀਆਂ ਵੀ ਹਾਸ਼ੀਏ 'ਤੇ ਚਲੀਆਂ ਗਈਆਂ ਨੇ। ਆਮ ਆਦਮੀ ਪਾਰਟੀ ਜਿਹੜੀ ਇਕੱਲੇ ਤੌਰ ਉੱਤੇ ਚੋਣ ਮੈਦਾਨ ਵਿੱਚ ਉਤਰੀ ਸੀ, ਵਿਧਾਨ ਸਭਾ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਨਹੀਂ ਹੋ ਸਕੀ। ਹਾਲਾਂਕਿ ਕੇਜਰੀਵਾਲ ਨੇ ਇਹ ਫੈਕਟਰ ਵੀ ਦਿੱਤਾ ਸੀਗਾ ਕਿ ਮੈਂ ਹਰਿਆਣੇ ਦਾ ਬੇਟਾ ਹੂੰ, ਪਰ ਹਰਿਆਣੇ ਦੇ ਬੇਟੇ ਵਾਲਾ ਫੈਕਟਰ ਵੀ ਕੇਜਰੀਵਾਲ ਦੇ ਕੰਮ ਨਹੀਂ ਆ ਸਕਿਆ। ਔਰ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਦਾਅਵੇ ਕੀਤੇ ਸੀ ਵੀ ਜੋ ਅਸੀਂ ਦਿੱਲੀ 'ਚ ਦੇ ਰਹੇ ਹਾਂ, ਸਿਹਤ ਅਤੇ ਪਾਣੀ ਦੀ, ਸਕੂਲਾਂ ਦੀ ਸਿੱਖਿਆ ਦੀ ਜਿਹੜੀ ਸਹੂਲਤ ਦੇ ਰਹੇ ਹਾਂ, ਤਿਵੇਂ ਇੱਥੇ ਵੀ ਦਿੱਤੀ ਜਾਊਗੀ, ਔਰਤਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰ ਉਹ ਫੈਕਟਰ ਪੰਜਾਬ ਅਤੇ ਦਿੱਲੀ 'ਚ ਤਾਂ ਉਹਦਾ ਕੰਮ ਕਰ ਗਿਆ, ਪਰ ਇੱਥੇ ਉਹ ਕੰਮ ਨਹੀਂ ਕੀਤੇ ਗਏ। ਔਰ ਇੱਥੇ ਜੇ ਹਰਿਆਣਾ ਦਾ ਬੇਟੇ ਵਾਲਾ ਫੈਕਟਰ ਵੀ ਸੀਗਾ ਕਿ ਹਰਿਆਣਾ ਦਾ ਬੇਟਾ ਦੇਖੋ ਦਿੱਲੀ ਦਾ ਮੁੱਖ ਮੰਤਰੀ ਬਣ ਕੇ ਬੈਠਾ, ਕੇਜਰੀਵਾਲ ਦਾ ਇਹ ਫੈਕਟਰ ਵੀ ਉੱਥੇ ਕੰਮ ਨਹੀਂ ਕੀਤਾ। ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਖਾਤਾ ਖੋਲ੍ਹਣ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸੇ ਤਰ੍ਹਾਂ ਚੌਟਾਲਾ ਪਰਿਵਾਰ ਜਿਹੜਾ ਕਿ ਬਹੁਤ ਵੱਡਾ ਪਰਿਵਾਰ ਸੀਗਾ ਰਾਜਨੀਤੀ ਵਿੱਚ ਔਰ ਪਿਛਲੇ 5-6 ਦਹਾਕਿਆਂ ਤੋਂ ਛਾਇਆ ਸੀਗਾ, ਤਾਂ ਉਸ ਪਰਿਵਾਰ ਦੇ ਵਿੱਚੋਂ ਦੁਸ਼ਯੰਤ ਚੌਟਾਲਾ ਨੂੰ JGP ਨੂੰ ਵੀ ਕੋਈ ਸੀਟ ਨਾ ਮਿਲ ਸਕੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿੰਗ ਮੇਕਰ ਬਣ ਕੇ ਉੱਭਰੀ ਸੀਗੀ। ਇਨੈਲੋ ਅਤੇ ਆਜ਼ਾਦ ਉਮੀਦਵਾਰਾਂ ਨੂੰ ਕੁਝ ਸੀਟਾਂ 'ਤੇ ਸਫਲਤਾ ਹਾਸਲ ਹੋਈ ਹੈ, ਪਰ ਇਹਨਾਂ ਦਾ ਪ੍ਰਭਾਵ ਵੀ ਬਹੁਤ ਘਟ ਗਿਆ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਭਾਜਪਾ ਦੀ ਜਿੱਤ ਹੋਈ ਹੈ, ਤੀਜੀ ਵਾਰੀ ਹੋਈ ਹੈ। ਔਰ ਇੱਥੇ ਕਿਸਾਨਾਂ ਵਾਲਾ ਮੁੱਦਾ ਵੀ ਨਹੀਂ ਚੱਲਿਆਗਾ। ਸੋਚਿਆ ਸੀਗਾ ਕਿ ਕਿਸਾਨੀ ਮੁੱਦੇ ਕਰਕੇ ਸ਼ਾਇਦ ਇਸ ਵਾਰੀ ਹਰਿਆਣਾ ਵਿੱਚ ਇਹ ਸਰਕਾਰ ਨਾ ਆ ਸਕੇ, ਪਰ ਫਿਰ ਵੀ ਉੱਥੇ ਉਹ ਕਿਸਾਨ ਵੀ ਬੈਠੇ ਆ ਤੇ ਵੋਟਾਂ ਉਹਨਾਂ ਨੇ ਵੀ ਪਾਈਆਂ ਤੇ ਤਕਰੀਬਨ ਇਹ ਹਾਲਾਤ ਬਣੇ ਆ ਕਿ ਭਾਜਪਾ ਉੱਥੇ ਹਾਰੀ ਨਹੀਂ, ਜਿੱਤ ਗਈ ਆ। ਔਰ ਸਿਆਸੀ ਮਾਹਰਾਂ ਦੀਆਂ ਰਾਇਆਂ ਤੇ ਜਾਂ ਫਿਰ ਪਹਿਲਾਂ ਜਿਹੜੇ ਚੋਣ ਸਰਵੇਖਣ ਕਰਵਾਏ ਗਏ ਸੀ, ਉਹ ਸਾਰੇ ਨਤੀਜੇ ਇੱਥੇ ਆ ਕੇ ਫੇਲ ਹੋਏ ਨੇ। ਤੋ ਅਗਲਾ ਮੁੱਦਾ ਆ ਪੇਜਰ ਧਮਾਕਿਆਂ ਦੇ ਬਾਰੇ। ਪੇਜਰ ਧਮਾਕੇ, ਪੇਜਰ ਕਹਿ ਸਕਦੇ ਹਾਂ ਕਿ ਬਹੁਤ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ, ਵਿਸ਼ਵ ਪੱਧਰ ਦੇ ਉੱਤੇ ਵਾਪਰੀਆਂ ਨੇ। ਔਰ ਸੰਯੁਕਤ ਅਰਬ ਅਮੀਰਾਤ ਦੇ ਨਾਲ ਜੁੜੀ ਹਵਾਬਾਜ਼ੀ ਕੰਪਨੀ ਐਮੀਰੇਟਸ ਦੀਆਂ ਉਡਾਣਾਂ ਵਿੱਚ ਪੇਜਰਾਂ ਤੇ ਵਾਕੀ ਟਾਕੀ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਹ ਲਗਾਈ ਕਿਉਂ ਹੈ? ਕਿਉਂਕਿ ਧਮਾਕੇ ਕਈ ਥਾਵਾਂ ਦੇ ਉੱਤੇ ਹੋਣੇ ਆ, ਕਈ ਲੋਕ ਮਰੇ ਆ ਪੇਜਰ ਧਮਾਕਿਆਂ ਦੇ ਵਿੱਚ, ਕਈ ਬਿਲਡਿੰਗਾਂ ਤਬਾਹ ਹੋਈਆਂ ਨੇ। ਪਤਾ ਨਹੀਂ ਉਹਨਾਂ 'ਚ ਬੰਬ ਫਿੱਟ ਕੀਤੇ ਸੀ, ਕੀ ਕਾਰਨ ਬਣੇ ਨੇ ਕਿ ਉਹਨਾਂ 'ਚ ਕੋਈ ਸਿਸਟਮ ਇਹੋ ਜਿਹਾ ਫਿੱਟ ਕਰ ਦਿੱਤਾ ਆ। ਸੋ ਇਸ ਤੋਂ ਭਾਵ ਹੈ ਕਿ ਇਸ ਕੰਪਨੀ ਦਾ ਅਮਲਾ ਨਾ ਤਾਂ ਖੁਦ ਪੇਜਰਾਂ ਜਾਂ ਵਾਕੀ ਟਾਕੀ ਸੈੱਟਾਂ ਦੀ ਵਰਤੋਂ ਕਰ ਸਕੇਗਾ ਤੇ ਨਾ ਹੀ ਮੁਸਾਫਰਾਂ ਨੂੰ ਇਹ ਇਲੈਕਟ੍ਰੋਨਿਕ ਉਪਕਰਨ ਅਤੇ ਸਮਾਨ ਰਾਹੀਂ ਜਹਾਜ਼ਾਂ ਦੇ ਅੰਦਰ ਲਿਜਾਣ ਦੀ ਇਜਾਜ਼ਤ ਹੋਵੇਗੀ। ਇਹ ਕਦਮ ਲਿਬਨਾਨ ਵਿੱਚ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਕਾਡਰ ਦੇ ਹੱਥਾਂ ਵਿੱਚ ਹੋਏ ਪੇਜਰ ਤੇ ਵਾਕੀ ਟਾਕੀ ਧਮਾਕਿਆਂ ਦੇ ਮੱਦੇ-ਨਜ਼ਰ ਚੁੱਕਿਆ ਜਾ ਰਿਹਾ। ਅਸੀਂ ਵਾਕੀ ਟਾਕੀ ਵਰਤਦੇ ਹਾਂ, ਪੁਲਿਸ ਵਾਲਿਆਂ ਕੋਲ ਵਾਕੀ ਟਾਕੀ ਆਮ ਹੁੰਦਾ ਹੈ ਨਾ, ਔਰ ਫੌਜੀਆਂ ਕੋਲੇ ਵਾਕੀ ਟਾਕੀ ਆਮ ਹੁੰਦਾ। ਅਸੀਂ ਦੇਖਦੇ ਹਾਂ ਕਿ ਉਹ ਕਈ ਥਾਵਾਂ ਦੇ ਉੱਤੇ ਉਹਦੇ ਨਾਲ ਉਹਦੀ ਇੱਕ ਰੇਂਜ ਹੁੰਦੀ ਹੈ, ਉਹਦੇ ਮੁਤਾਬਕ ਆਪਸ ਵਿੱਚ ਉਹ ਗੱਲਬਾਤ ਕਰ ਸਕਦੇ ਆ। ਸੋ ਪੇਜਰ ਵੀ ਇਸੇ ਤਰ੍ਹਾਂ ਦੀ ਇੱਕ ਚੀਜ਼ ਆ, ਜਿਵੇਂ ਕਹਿ ਸਕਦੇ ਹਾਂ ਕਿ ਸ਼ੁਰੂ 'ਚ ਜਦੋਂ ਸਾਡੇ ਹੱਥਾਂ 'ਚ ਮੋਬਾਈਲ ਨਹੀਂ ਸੀ ਹੁੰਦੇਗੇ ਅਤੇ ਉਸ ਤੋਂ ਪਹਿਲਾਂ ਘਰਾਂ ਦੇ ਵਿੱਚ ਵੀ ਉਸ ਤਰੀਕੇ ਕੰਟੀਨੇ ਵਾਲਾ ਇੱਕ ਪੇਜਰ ਟਾਈਪ ਸਾਡੇ ਕੋਲ, ਉਹਨੂੰ ਮੋਬਾਈਲ ਹੀ ਕਹਿ ਸਕਦੇ ਹਾਂ ਕਿ ਅਸੀਂ ਮਤਲਬ ਵਾਇਰਲੈਸ ਹੁੰਦਾ ਸੀਗਾ, ਉਹਨੂੰ ਚੱਕ ਕੇ ਕਿਤੇ ਵੀ ਲਿਜਾ ਸਕਦੇ ਸੀ, ਪਰ ਉਹਦੀ ਇੱਕ ਰੇਂਜ ਹੁੰਦੀ ਸੀਗੀ। ਸੋ ਪੇਜਰ ਅਤੇ ਵਾਕੀ ਟਾਕੀ ਜਿਹੜੇ ਇਹ ਧਮਾਕੇ ਹੋਏ ਨੇ ਪਿਛਲੇ ਦਿਨੀ ਲਬਨਾਨ ਦੇ ਵਿੱਚ ਹੋਇਆ ਇੱਦਾਂ ਹੈ ਕਿ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਕਾਡਰ ਦੇ ਹੱਥਾਂ ਵਿੱਚ ਹੋਏ ਪੇਜਰ ਅਤੇ ਵਾਕੀ ਟਾਕੀ ਹਮਲਿਆਂ ਦੇ ਮੱਦੇ-ਨਜ਼ਰ ਜਿਹੜਾ ਇਹ ਫੈਸਲਾ ਕੀਤਾ ਗਿਆ ਆ। ਤਾਂ ਮੈਂ ਇੱਥੇ ਦੱਸ ਦੇਣਾ ਚਾਹੂੰਗਾ ਕਿ ਇਹਨਾਂ ਧਮਾਕਿਆਂ ਦੇ ਵਿੱਚ 40 ਬੰਦੇ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਜ਼ਖਮੀ ਹੋਏ ਸਨ। ਧਮਾਕਿਆਂ ਲਈ ਸਿਰਫ ਇਹ 2 ਯੰਤਰ ਨਹੀਂ ਵਰਤੇ ਗਏ, ਬਲਕਿ ਕੁਝ ਮਾਮਲਿਆਂ ਵਿੱਚ ਸੌਰ ਊਰਜਾ, ਸੋਲਰ ਪੈਨਲਾਂ ਅਤੇ ਬਿਜਲੀ ਕੇਤਲੀਆਂ ਨੂੰ ਵੀ ਵਿਸਫੋਟਾਂ ਦਾ ਸਾਧਨ ਬਣਾਇਆ ਗਿਆ। ਹਾਲਾਂਕਿ ਇਜ਼ਰਾਈਲ ਨੇ ਇਹਨਾਂ ਧਮਾਕਿਆਂ ਵਿੱਚ ਆਪਣਾ ਹੱਥ ਹੋਣਾ ਸਿੱਧੇ ਤੌਰ 'ਤੇ ਨਹੀਂ ਕਬੂਲਿਆ, ਫਿਰ ਵੀ ਇਹ ਤੱਥ ਤਾਂ ਜੱਗ ਜ਼ਾਹਰੀ ਹੈ ਕਿ ਅਜਿਹੇ ਆਪਰੇਸ਼ਨ ਨੂੰ ਉਲੀਕਣ, ਵਿਉਂਤਣ ਅਤੇ ਫਿਰ ਅਮਲੀ ਰੂਪ ਦੇਣ ਦੀ ਸਮਰੱਥਾ ਸਿਰਫ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦੇ ਕੋਲ ਹੈ। ਵਾਕੀ ਟਾਕੀਜ਼ ਦੀ ਵਰਤੋਂ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਤੋਂ ਇਲਾਵਾ ਕਾਰੋਬਾਰੀ ਅਦਾਰਿਆਂ ਦੇ ਅੰਦਰ ਵੀ ਆਪਸ ਵਾਰਤਾਲਾਪ ਤੇ ਸੂਚਨਾ ਪ੍ਰਵਾਹ ਲਈ ਅਮੂਮਨ ਕੀਤੀ ਜਾਂਦੀ ਹੈ। ਪੇਜਰ ਹਸਪਤਾਲਾਂ ਤੇ ਅਜਿਹੀਆਂ ਹੋਰ ਸੰਵੇਦਨਸ਼ੀਲ ਸੰਸਥਾਵਾਂ ਜਿੱਥੇ ਮੋਬਾਈਲਸ ਦੀ ਵਰਤੋਂ ਤੇ ਪਾਬੰਦੀ ਹੁੰਦੀ ਹੈ, ਅੰਦਰ ਇਤਲਾਹਾਂ ਤੇ ਆਦਾਨ ਪ੍ਰਦਾਨ ਵਾਸਤੇ ਪੇਜਰਾਂ ਦੀ ਵਰਤੋਂ ਕਰਨਾ ਇੱਕ ਆਮ ਰੁਝਾਨ ਹੈ। ਮੋਬਾਈਲ ਫੋਨ, ਖਾਸ ਕਰਕੇ ਸਮਾਰਟਫੋਨ ਵਰਤਣ ਵਾਲਿਆਂ ਨੂੰ ਟਰੈਕ ਕਰਨਾ ਹੁਣ ਬਹੁਤ ਆਸਾਨ ਤਕਨੀਕ ਬਣ ਚੁੱਕਿਆ ਆ। ਹੁਣ ਸਵਾਲ ਇਹ ਹੈ ਕਿ ਜੇ ਫੋਨ ਅੱਜ ਆਪਣਾ ਸਵਿਚ ਆਫ ਵੀ ਹੁੰਦਾ ਨਾ, ਤੇ ਇਸ ਅੰਦਰਲੇ ਐਪਸ ਰਾਹੀਂ ਸਿਗਨਲ
ਸੰਚਾਰ ਉਪਗ੍ਰਹਿ ਰਾਹੀਂ ਵੱਖ-ਵੱਖ ਟਰੈਕਿੰਗ ਸਰਵਰਾਂ ਤੱਕ ਪੁੱਜਦੇ ਰਹਿੰਦੇ ਨੇ। ਲਿਹਾਜ਼ਾ ਸਾਡੀ ਹਰ ਹਰਕਤ ਦੀ ਜਾਣਕਾਰੀ ਇਹਨਾਂ ਸਰਵਰਾਂ ਤੱਕ ਲਗਾਤਾਰ ਪੁੱਜਦੀ ਰਹਿੰਦੀ ਆ। ਮੋਬਾਈਲ ਫੋਨ ਸਾਡੀ ਨਿੱਜਤਾ ਪ੍ਰਾਈਵੇਸੀ ਨੂੰ ਸੰਨ ਲਾਉਣ ਦਾ ਕਿੰਨਾ ਸ਼ਕਤੀਸ਼ਾਲੀ ਵਸੀਲਾ ਹੈ, ਇਸ ਦਾ ਅੰਦਾਜ਼ਾ ਹੁਣ ਸਾਨੂੰ ਸਭਨਾਂ ਨੂੰ ਹੋਣਾ ਸ਼ੁਰੂ ਹੋ ਗਿਆ। ਹਿਜ਼ਬੁੱਲਾ ਤੇ ਹੋਰ ਦਰਜਨਾਂ ਦਹਿਸ਼ਤੀ ਗਰੁੱਪ ਮੋਬਾਈਲ ਫੋਨਾਂ ਨਾਲ ਜੁੜੇ ਖਤਰਿਆਂ ਤੋਂ 2.5 ਦਹਾਕਿਆਂ ਪਹਿਲਾਂ ਹੀ ਵਾਕਿਫ ਹੋ ਗਏ ਸਨ। ਇਸ ਕਾਰਨ ਉਹਨਾਂ ਵੱਲੋਂ ਮੋਬਾਈਲ ਛੱਡ ਦਿੱਤੇ ਗਏ ਆ, ਉਹ ਪੇਜਰਾਂ ਤੇ ਵਾਕੀ ਟਾਕੀਜ਼ ਦੇ ਨੂੰ ਤਰਜੀਹ ਦੇ ਰਹੇ ਆ। ਸੋ ਹੁਣ ਗੱਲ ਇਹ ਹੈ ਕਿ ਲਬਨਾਨ ਧਮਾਕਿਆਂ ਵਾਲੇ ਪੇਜਰਾਂ ਉੱਤੇ ਮੇਡ ਇਨ ਤਾਈਵਾਨ ਦਰਜ ਸੀ, ਪਰ ਇਹਨਾਂ ਦਾ ਅਸਲ ਨਿਰਮਾਣ ਹੰਗਰੀ ਦੀ ਇੱਕ ਕੰਪਨੀ ਨੇ ਕੀਤਾ ਸੀਗਾ। ਹੁਣ ਮੈਂ ਇੱਥੇ ਦੱਸ ਦੇਣਾ ਚਾਹੂੰਗਾ ਕਿ ਇਹ ਯੰਤਰ ਵੀ ਆਖਰ ਉਹਨਾਂ ਲਈ ਜਾਨਲੇਵਾ ਸਾਬਤ ਹੋਏ, ਜਿਹੜੇ ਵਾਕੀ ਟਾਕੀਜ਼ ਜਾਂ ਇਹ ਸੀਗੇ ਪੇਜਰ ਇਹਨਾਂ ਨੇ ਵਰਤੇ ਆ, ਜਿਹੜੇ ਇਹਨਾਂ ਗਰੁੱਪਾਂ ਨੇ, ਦਹਿਸ਼ਤ ਗਰੁੱਪਾਂ ਨੇ। ਸੋ ਆਲਮੀ ਮੰਡੀ ਵਿੱਚ ਕੁਝ ਅਜਿਹੀ ਬਣ ਗਈ ਆ ਕਿ ਹਰ ਇਲੈਕਟ੍ਰੋਨਿਕ ਉਪਕਰਨ ਵਿੱਚ ਵਰਤੇ ਗਏ ਕਲ ਪੁਰਜੇ ਕਿਸੇ ਇੱਕ ਮੁਲਕ ਤੋਂ ਨਹੀਂ ਆਉਂਦੇਗੇ। ਸਾਰੀਆਂ ਚੀਜ਼ਾਂ ਕੋਈ ਕਿਸੇ ਮੁਲਕ ਤੋਂ, ਕੋਈ ਕਿਸੇ ਮੁਲਕ ਤੋਂ ਬਣ ਕੇ ਆਉਂਦੀਆਂ। ਕੋਈ ਹਿੱਸਾ ਪੁਰਜਾ ਚੀਨ ਤੋਂ ਆਉਂਦਾ ਤੇ ਕੋਈ ਕੋਰੀਆ ਜਾਂ ਜਾਪਾਨ ਤੋਂ, ਕੋਈ ਫਿਨਲੈਂਡ ਤੋਂ ਤੇ ਕੋਈ ਇੰਡੋਨੇਸ਼ੀਆ ਜਾਂ ਭਾਰਤ ਤੋਂ। ਇਹਨਾਂ ਸਾਰੇ ਕਲ ਪੁਰਜਿਆਂ ਨੂੰ ਇਕੱਠਾ ਕਰਕੇ ਉਪਕਰਨ ਕਿਸੇ ਹੋਰ ਦੇਸ਼ ਵਿੱਚ ਤਿਆਰ ਕੀਤਾ ਜਾਂਦਾ ਤੇ ਫਿਰ ਅੱਗੇ ਅਜਿਹੇ ਯੰਤਰਾਂ ਨੂੰ ਵੇਚਦਾ ਕੋਈ ਹੋਰ ਮੁਲਕ ਹੈ। ਠੀਕ ਹੈ, ਤਾਂ ਲਬਨਾਨ ਜਿਹੜੇ ਧਮਾਕੇ ਹੋਏ ਆ, ਇਹਨਾਂ ਪੇਜਰਾਂ ਉੱਤੇ ਮੇਡ ਇਨ ਤਾਈਵਾਨ ਦਰਜ ਸੀਗਾ। ਇਹਨਾਂ ਦਾ ਅਸਲ ਨਿਰਮਾਣ ਹੰਗਰੀ ਦੀ ਇੱਕ ਕੰਪਨੀ ਨੇ ਕੀਤਾ ਸੀ ਤੇ ਉਸ ਕੰਪਨੀ ਦਾ ਦਾਅਵਾ ਹੈ ਕਿ ਉਹ ਤਾਂ ਸਿਰਫ ਅਜਿਹੇ ਯੰਤਰਾਂ ਦੇ ਮੰਡੀਕਰਨ ਦਾ ਕੰਮ ਕਰਦੀ ਆ, ਖੁਦ ਨਿਰਮਾਣ ਨਹੀਂ ਕਰਦੀ। ਨਿਰਮਾਣ ਇੱਕ ਬੁਲਗਾਰੀਆ ਦੀ ਕੰਪਨੀ ਤੋਂ ਕਰਵਾਇਆ ਜਾਂਦਾ ਤੇ ਉਹ ਫਰਜ਼ੀ ਨਿਕਲੀ ਆ। ਉਸ ਕੰਪਨੀ ਦਾ ਮਾਲਕ ਭਾਰਤੀ ਮੂਲ ਦਾ ਨਾਰਵੇਜੀਅਨ ਨਾਗਰਿਕ ਸੀਗਾ, ਜੋ ਹੁਣ ਲਾਪਤਾ ਆ। ਪੇਜਰਾਂ ਜਾਂ ਵਾਕੀ ਟਾਕੀਜ਼ ਅੰਦਰ ਇਸ ਪੜਾਅ 'ਤੇ ਵਿਸਫੋਟਕ ਸਮੱਗਰੀ ਪਲਾਂਟ ਕੀਤੀ ਗਈ ਆ। ਇਸ ਦੀ ਅਜੇ ਤੱਕ ਕੋਈ ਉਗ ਸੁੱਕ ਨਹੀਂ ਨਿਕਲੇਗੀ। ਇਹ ਪੂਰੀ ਘਟਨਾਵਲੀ ਹਰ ਛੋਟੀ ਵੱਡੀ ਵਸਤੂ ਦੇ ਉਤਪਾਦਨ ਅਤੇ ਵਿਸ਼ਵ ਵਿਆਪੀ ਜਿਹੜੇ ਨੈੱਟਵਰਕ ਬਣੇ ਹੋਏ ਨੇ ਉਹਨਾਂ ਦੇ ਉੱਪਰ ਨਿਰਭਰਤਾ ਨਾਲ ਜੁੜੇ ਖਤਰਿਆਂ ਵੱਲ ਸੈਨਤ ਕਰਦੀ ਆ ਵੀ ਕੋਈ ਹੁਣ ਕਿਸੇ ਵੀ ਮੁਲਕ ਦੇ ਕਿਸੇ ਵੀ ਸੀਕਰਟ ਕੋਈ ਚੀਜ਼ ਇੱਦਾਂ ਦੀ ਵਰਤਦਾ ਆ ਤੇ ਉਹਨੂੰ ਬਰਬਾਦ ਕਰਨ ਦੇ ਵਾਸਤੇ ਇਹਦੇ ਵਿੱਚ ਕੀ ਕੁਛ ਨਹੀਂ ਕੀਤਾ ਜਾ ਸਕਦਾ ਗਾ। ਸੋ ਖੁੱਲ੍ਹੀ ਆਲਮੀ ਮੰਡੀ ਦੇ ਜਿਹੜੇ ਸੰਕਲਪ ਬਣ ਚੁੱਕੇ ਨੇ, ਇਹਨਾਂ ਨੇ ਵਸਤਾਂ ਸਸਤੀਆਂ ਕੀਤੀਆਂ ਨੇ, ਕਾਰੋਬਾਰੀਆਂ ਦਾ ਮੁਨਾਫਾ ਵੀ ਵਧਾਇਆ, ਪਰ ਨਾਲ ਹੀ ਆਤਮ ਨਿਰਭਰਤਾ ਦੇ ਸਿਧਾਂਤ ਨੂੰ ਕਿਸ ਹੱਦ ਤੱਕ ਖੋਰਾ ਲਾਇਆ, ਇਸ ਦਾ ਅੰਦਾਜ਼ਾ ਦੁਨੀਆ ਭਰ ਦੇ ਕਿਰਤੀ ਵਰਗ ਵਿੱਚ ਵੱਧ ਰਹੀ ਬੇਰੁਜ਼ਗਾਰੀ ਤੋਂ ਲਗਾਇਆ ਜਾ ਸਕਦਾ ਹੈ। ਬਹੁਤੇ ਮੁਲਕਾਂ ਦੇ ਕਾਰਪੋਰੇਟ ਅਦਾਰੇ ਆਪਣੇ ਉਤਪਾਦਾਂ ਦਾ ਨਿਰਮਾਣ ਚੀਨ ਤੋਂ ਕਰਵਾ ਰਹੇ ਨੇ ਔਰ ਬਹੁਤੀ ਚੀਨ ਦਾ ਮਾਲ ਜਿਹੜਾ ਨਾ ਸਾਡੇ ਹਾਵੀ ਹੋਇਆ, ਜਾਂ ਜਾਪਾਨੀ ਜਾਂ ਚੀਨੀ ਹਨ। ਤੇ ਪਰ ਆਪਣੇ ਲੋਕਾਂ ਅੱਗੇ ਸੱਚੇ ਹੋਣ ਖਾਤਰ ਉਤਪਾਦਾਂ ਉੱਤੇ ਠੱਪੇ ਜਿਹੜੇ ਆ ਉਹ ਆਪਣੇ ਮੁਲਕ ਦੇ ਲਵਾ ਲੈਂਦੇ, ਜਿਹੜੇ ਕਿ ਅਸੀਂ ਕਹਿ ਦਈਏ ਅਸੀਂ ਮੇਡ ਇੰਡੀਆ ਲਵਾ ਲਈਏ ਜਾਂ ਉਹ ਮੇਡ ਪਾਕਿਸਤਾਨ, ਮੇਡ ਇਨ ਪਾਕਿਸਤਾਨ ਲਵਾ ਦੇ, ਮੇਡ ਇਨ ਦੁਬਈ ਲਵਾ ਲਵੇ, ਪਰ ਬਣ ਕੇ ਉਹ ਚੀਨ ਤੋਂ ਹੀ ਆ ਰਿਹਾ। ਸੋ ਹਰ ਮੁਲਕ ਦੀ ਕੌਮੀ ਸੁਰੱਖਿਆ ਨੂੰ ਇਹ ਰੁਝਾਨ ਕਿਸ ਹੱਦ ਤੱਕ ਖੋਰਾ ਲਗਾ ਰਿਹਾ, ਇਸ ਦਾ ਅਹਿਸਾਸ ਲਬਨਾਨ ਦੇ ਪੇਜਰ ਧਮਾਕਿਆਂ ਤੋਂ ਸਹਿਜੇ ਹੋ ਜਾਣਾ ਚਾਹੀਦਾ ਹੈ। ਔਰ ਸੋਚੋ ਜਿਹੜਾ ਅਸੀਂ ਵੀ ਇੰਡੀਆ ਵਾਲੇ ਮਾਲ ਉੱਧਰੋਂ ਚੱਕਦੇ ਪਏ ਆ, ਚਾਹੇ ਉਹਨਾਂ ਦੇ ਚੀਨੀ ਮੋਬਾਈਲ ਹੀ ਆ, ਚਾਹੇ ਉਹਨਾਂ ਦੀਆਂ ਇਲੈਕਟ੍ਰੋਨਿਕਸ ਉਪਕਰਨ ਹੀ ਆ, ਕੱਲ੍ਹ ਨੂੰ ਸਾਡੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਸਕਦਾ ਹੈ। ਸਾਨੂੰ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣਾ ਪਊਗਾ। ਸਾਡੀਆਂ ਸਰਕਾਰਾਂ ਨੂੰ, ਹੁਕੂਮਤਾਂ ਨੂੰ ਸੁਚੇਤ ਰਹਿਣਾ ਪਵੇਗਾ। ਧੰਨਵਾਦ।